ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕੋ। ਤੂੰ ਠਾਕੁਰ ਊਚ ਭਗਵਾਨਾ, ਬੇਸੁਮਾਰ ਅਥਾਹ ਅਗਨਤ ਅਤੁਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜਪ ਤਪ ਸੰਜਮ ਧਰਮ ਨਾ ਕਮਾਇਆ। ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰਮਾ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਗਤੀ ਰੂਪ ਵਿੱਚ ਇਕੱਤਰ ਹੋਏ ਬੈਠੇ ਗੁਰੂ ਰੂਪ ਖਾਲਸਾ ਸਤ ਸੰਗਤ ਜੀਓ, ਅੱਜ ਆਪਾਂ ਸਾਰੇ ਹੀ ਵੈਰਾਗ, ਤਿਆਗ ਔਰ ਅਨੁਰਾਗ ਦੇ ਮੁਜੱਸਮੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਵਿੱਤਰ ਸ਼ਹੀਦੀ ਨੂੰ ਯਾਦ ਕਰਦਿਆਂ ਹਜ਼ੂਰ ਦੀ ਸਿਫਤੋ ਸਲਾਹ ਵਿੱਚ ਕਥਾ ਦੇ ਰੂਪ ਅੰਦਰ ਸਤਿਗੁਰੂ ਦੇ ਪਵਿੱਤਰ ਜੀਵਨ ਨੂੰ ਵਾਚਦਿਆਂ ਕੁਝ ਬਚਨ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾ ਸਕਾਂ। ਆਪ ਜੀ ਆਸੀਸ ਬਖਸ਼ੋ। ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਰਸਨਾ ਪਵਿੱਤਰ ਕਰਦਿਆਂ ਇੱਕ ਵਾਰੀ ਸਾਰੇ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਪਿਛਲੇ ਦਿਨਾਂ ਦੇ ਅੰਦਰ ਸਤਿਗੁਰੂ ਦੇ ਪਵਿੱਤਰ ਸ਼ਹੀਦੀ ਦਿਹਾੜੇ ਨੂੰ ਮਨਾਉਂਦਿਆਂ ਥਾਂ ਥਾਂ ਤੇ ਗੁਰੂ ਨਾਮ ਲੇਵਾ ਸੰਗਤਾਂ ਵੱਲੋਂ ਹਜ਼ੂਰ ਦੀ ਯਾਦ ਦੇ ਅੰਦਰ ਅਖੰਡ ਪਾਠਾਂ ਦੇ ਭੋਗ, ਸਹਿਜ ਪਾਠਾਂ ਦੇ ਭੋਗ ਪਾਏ ਗਏ। ਇਸ ਗੁਰੂ ਘਰ ਦੇ ਅੰਦਰ ਅੱਜ ਤੋਂ ਗੁਰੂ ਮਹਾਰਾਜ ਦੇ ਜੀਵਨ ਤੇ ਝਾਤ ਪਾਉਂਦਿਆਂ ਕੱਲ ਦੇ ਦੀਵਾਨ ਵਿੱਚ 11 ਸ੍ਰੀ ਸਹਿਜ ਪਾਠ ਦੇ ਭੋਗ ਪੈਣੇ ਨੇ। ਦੀਵਾਨ ਸੱਜਣੇ ਨੇ, ਕੀਰਤਨ ਹੋਣਾ ਹੈ। ਪਰ ਹਜ਼ੂਰ ਦਾ ਲੰਬੇਰਾ ਜੀਵਨ ਵਾਚਣ ਵਾਸਤੇ ਸੰਖੇਪ ਜੈ ਪਲਾਂ ਦੇ ਵਿੱਚ ਯਤਨ ਕਰਨਾ ਬੜਾ ਮੁਸ਼ਕਲ ਲੱਗਿਆ। ਸੋਚਿਆ ਇੱਕ ਦਿਨ ਪਹਿਲਾਂ ਸਤਿਗੁਰੂ ਦੇ ਪਵਿੱਤਰ ਜੀਵਨ ਤੇ ਥੋੜੀ ਜਿਹੀ ਝਾਤ ਪਾ ਲਈ ਜਾਵੇ। ਉਹ ਪਵਿੱਤਰ ਧਰਤੀ ਜਿੱਥੇ ਮੇਰੇ ਗੁਰੂ ਦਾ ਆਗਮਨ ਹੋਇਆ ਹੈ, ਉਹ ਮਾਤਾ ਪਿਤਾ, ਉਹ ਕੁਲ ਕੈਸੀ ਹੈ ਜਿੱਥੇ ਸਤਿਗੁਰੂ ਦਾ ਆਗਮਨ ਹੁੰਦਾ ਪਿਆ ਹੈ। ਬਾਣੀ ਵਿੱਚ ਹਜ਼ੂਰ ਦਾ ਪਵਿੱਤਰ ਫਰਮਾਨ ਹੈ, ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ।
से जंत भय हरियावले, जिने मेरा सतगुर देखिया जाए। धन धन पिता, धन धन कुल, धन धन सो जननी जिन गुरु जनिया माए। धन धन गुरु जिन नाम आराध्या आप तरिया, जिनी डिठा तिना लै छड़ाए। ओ ਅੰਮ੍ਰਿਤਸਰ ਦੀ ਪਵਿੱਤਰ ਧਰਤੀ, ਇੱਕੋ ਇੱਕ ਗੁਰੂ ਸਾਹਿਬ ਦਾ ਆਗਮਨ ਹੁੰਦਾ ਪਿਆ ਅੰਮ੍ਰਿਤਸਰ ਦੀ ਧਰਤੀ ਤੇ। ਜਿਹੜਾ ਗੁਰਦੁਆਰਾ ਅੱਜ ਗੁਰੂ ਕੇ ਮਹਿਲ ਹੈ, ਇਸ ਅਸਥਾਨ ਤੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਆਗਮਨ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਮਾਤਾ ਨਾਨਕੀ ਜੀ ਦੀ ਕੁੱਖ ਤੋਂ 1 ਅਪ੍ਰੈਲ ਸੰਨ 1621 ਨੂੰ ਹੁੰਦਾ ਪਿਆ। ਅੰਮ੍ਰਿਤ ਵੇਲਾ ਹੈ। ਗੁਰੂ ਹਰਗੋਬਿੰਦ ਮਹਾਰਾਜ ਹਰਮੰਦਰ ਸਾਹਿਬ ਵਿੱਚ ਬੈਠ ਕੇ ਆਸਾ ਜੀ ਕੀ ਵਾਰ ਦਾ ਕੀਰਤਨ ਸਰਵਣ ਕਰਦੇ ਨੇ। ਹਜੂਰ ਦੇ ਮਹਿਲਾਂ ਤੋਂ ਇੱਕ ਮੇਵੜਾ ਆਉਂਦਾ ਹੈ, ਅਰਦਾਸੀਆ ਸੇਵਕ ਆਉਂਦਾ ਹੈ, ਆ ਕੇ ਖਬਰ ਕਰਦਾ, ਸਤਿਗੁਰੂ ਤੁਹਾਡੇ ਘਰ ਦੇ ਅੰਦਰ ਬਾਲ ਨੇ ਜਨਮ ਲਿਆ ਹੈ। ਭੋਗ ਪੈਂਦਾ ਹੈ ਕੀਰਤਨ ਦਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਜੂਰ ਦੇ ਚਰਨਾਂ ਵਿੱਚ ਅਰਦਾਸ ਕਰਕੇ, ਸ਼ੁਕਰਾਨਾ ਕਰਕੇ ਆਪਣੇ ਮਹਿਲਾਂ ਦੇ ਵਿੱਚ ਪਹੁੰਚਦੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਆਗਮਨ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ 4 ਸੁਪੁੱਤਰ ਤੇ 1 ਪੁੱਤਰੀ ਹੈ। ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ ਔਰ ਸੁਪੁੱਤਰੀ ਬੀਬੀ ਵੀਰੋ ਜੀ ਹਨ। ਜਿਸ ਵਕਤ ਹਜੂਰ ਆਪਣੇ ਮਹਿਲਾਂ ਵਿੱਚ ਆਏ, ਜਨਮ ਤੋਂ ਕੁਝ ਸਮੇਂ ਬਾਅਦ ਆਪਣੇ ਸੁਪੁੱਤਰ ਨੂੰ ਗੋਦ ਵਿੱਚ ਲਿਆ ਤੇ ਸਾਡਾ ਇਤਿਹਾਸ ਦੱਸਦਾ ਹੈ, ਗੋਦ ਵਿੱਚ ਲੈਂਦਿਆਂ ਹੀ ਸਤਿਗੁਰਾਂ ਨੇ ਆਪਣਾ ਥੋੜਾ ਜਿਹਾ ਸੀਸ ਝੁਕਾ ਦਿੱਤਾ। ਨਾਲ ਆਏ ਨੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਜੀ ਕੋਲ ਖੜੇ ਨੇ, ਭਾਈ ਬਿਧੀ ਚੰਦ ਸਾਹਿਬ ਜੀ ਕੋਲ ਖੜੇ ਨੇ। ਪੁੱਛਦੇ ਨੇ, ਹਜੂਰ ਕੀ ਕਾਰਨ ਪਹਿਲਾਂ ਵੀ ਪੁੱਤਰਾਂ ਨੇ ਜਨਮ ਲਿਆ ਹੈ, ਇਸ ਛੋਟੇ ਪੁੱਤਰ ਦੇ ਕੋਮਲ ਜਿਹੇ ਤਨ ਨੂੰ ਦੇਖ ਕੇ ਸੀਸ ਕਿਉਂ ਝੁਕਾ ਦਿੱਤਾ? ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਭਵਿੱਖਤ ਬਚਨ ਕਹਿਣ ਲੱਗੇ, ਮੈਂ ਸੀਸ ਤਾਂ ਝੁਕਾਇਆ, ਇਹ ਜਿਹੜਾ ਮੇਰਾ ਪੁੱਤਰ ਜਿਹਦਾ ਅੱਜ ਜਨਮ ਹੋਇਆ ਹੈ, ਧਰਮ ਰੱਖਿਅਕ ਸੰਕਟ ਹਰੇ, ਜਹੀ ਇਹ ਪਹਿਚਾਨ, ਇਹਦੀ ਪਹਿਚਾਨ ਹੀ ਦੁਨੀਆ ਵਿੱਚ ਇਸ ਤਰ੍ਹਾਂ ਬਣਨੀ ਹੈ, ਧਰਮ ਦਾ ਰੱਖਿਅਕ ਹੋਏਗਾ ਤੇ ਦੁਨੀਆ ਉੱਤੇ ਛਾਏ ਹੋਏ ਸੰਕਟ ਨੂੰ ਇਹ ਹਰ ਲੈਣ ਵਾਲਾ ਹੈ, ਦੂਰ ਕਰ ਦੇਣ ਵਾਲਾ ਹੈ। ਇਹਦੇ ਵਿੱਚ ਗੁਰੂ ਨਾਨਕ ਦੀ ਜੋਤ ਨੇ ਬਿਰਾਜਣਾ ਹੈ। ਇਸ ਕਰਕੇ ਮੈਂ ਇਸ ਆਪਣੇ ਪੁੱਤਰ ਨੂੰ ਅੱਜ ਸੀਸ ਝੁਕਾਇਆ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੇ ਉਹਨਾਂ ਦਾ ਪਾਲਣ ਪੋਸ਼ਣ ਹੁੰਦਾ ਹੈ। ਉਹਨਾਂ ਨੂੰ ਵਿਦਿਆ ਪੜ੍ਹਾਉਣ, ਸ਼ਸਤਰ ਵਿਦਿਆ ਸਿਖਾਉਣ ਦੀ ਡਿਊਟੀ ਲੱਗਦੀ ਹੈ ਬਾਬਾ ਬੁੱਢਾ ਸਾਹਿਬ ਜੀ ਦੀ। ਬਾਬਾ ਜੀ ਦੇ ਕੋਲੋਂ ਉਹ ਗੁਰਬਾਣੀ ਦਾ ਅਧਿਐਨ ਕਰਦੇ ਨੇ। ਹਜੂਰ ਦੇ ਪਵਿੱਤਰ ਸ਼ਬਦਾਂ ਦੀਆਂ ਗੁੱਝੀਆਂ ਰਮਜ਼ਾਂ ਨੂੰ ਸੇਵਾ ਸਿਮਰਨ ਦੇ ਰਾਹੀਂ ਜਾਣਨਾ ਚਾਹੁੰਦੇ ਨੇ। ਅੰਦਰ ਬੜਾ ਟਿਕਿਆ, ਜਨਮ ਤੋਂ ਬੜੇ ਗੰਭੀਰ ਰਹਿੰਦੇ ਨੇ, ਕਿਸੇ ਨਾਲ ਫਾਲਤੂ ਬੋਲਦੇ ਨਹੀਂ। ਇਨ੍ਹਾਂ ਹੀ ਦਿਨਾਂ ਦੇ ਵਿੱਚ ਜਦੋਂ ਹਜੂਰ ਦੀ ਉਮਰ ਅਜੇ 4 ਕੁ ਸਾਲ ਹੈ, ਸਤਿਗੁਰਾਂ ਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਦੀ ਜੰਝ ਚੜ੍ਹਦੀ ਪਈ ਹੈ। ਕੁਝ ਘਟਨਾਵਾਂ ਤਾਂ ਸਾਂਝੀਆਂ ਕਰਨ ਲੱਗਾ ਜਨਮ ਦੀਆਂ ਕਿ ਜਨਮ ਤੋਂ ਹੀ ਪਤਾ ਲੱਗ ਰਿਹਾ ਸੀ ਆਉਣ ਵਾਲੇ ਦਿਨਾਂ ਵਿੱਚ ਇਸ ਸ਼ਖਸੀਅਤ ਨੇ ਕੀ ਕਾਰਨਾਮੇ ਕਰਨੇ ਨੇ। ਅਜੇ 4 ਕੁ ਸਾਲ ਦੀ ਉਮਰ ਹੈ, ਵੱਡੇ ਭਰਾਤਾ ਦੀ ਜੰਝ ਚੜਨ ਲੱਗੀ ਹੈ ਤੇ ਜੰਝ ਨੂੰ ਵੇਖਣ ਵਾਸਤੇ ਇਲਾਕਾ ਨਿਵਾਸੀ ਇਕੱਠੇ ਹੋ ਕੇ ਆਏ ਨੇ। ਤੇ ਇਹ ਸੱਚਾਈ ਹੈ, ਖੁਸ਼ੀ ਦੇ ਸਮੇਂ ਗੁਰੂ ਹਰਗੋਬਿੰਦ ਸਾਹਿਬ ਕੋਲੋਂ ਦਾਨ ਲੈਣ ਵਾਸਤੇ ਉੱਥੇ ਮੰਗਤਿਆਂ ਦੀ ਭੀੜ ਨੇ ਇਕੱਠਾ ਹੋ ਜਾਣਾ, ਇਹ ਕੋਈ ਅਤ ਕਥਨੀ ਨਹੀਂ। ਬੜੀ ਜ਼ਿਆਦਾ ਭੀੜ ਇਕੱਠੀ ਹੋਈ ਏ।
ਉਸੇ ਭੀੜ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਜਿਹੜਾ ਗਰੀਬੜਾ ਜਿਹਾ ਹੈ, ਉਹ ਵੀ ਚਾਹੁੰਦਾ ਹੈ ਅੱਗੇ ਹੋ ਕੇ ਕਿਸੇ ਟਕੇ ਨੂੰ ਹੱਥ ਪਾ ਲਵਾਂ, ਪਰ ਭੀੜ ਦੇ ਵਿੱਚ ਉਹਨੂੰ ਕੋਈ ਅੱਗੇ ਨਹੀਂ ਹੋਣ ਦਿੰਦਾ। ਗੰਭੀਰ ਜਿਹੇ ਰੂਪ ਦੇ ਵਿੱਚ ਖਲੋਤੇ ਹੋਏ ਗੁਰੂ ਤੇਗ ਬਹਾਦਰ ਮਹਾਰਾਜ, 4 ਕੁ ਸਾਲ ਦੀ ਉਮਰ ਹੈ, ਜਾ ਕੇ ਉਸ ਬੱਚੇ ਦੇ ਗਲ ਵਿੱਚ ਬਾਂਹ ਪਾ ਲਈ। ਆਖਿਆ, ਕੀ ਗੱਲ, ਸਿਆਲ ਦੀ ਰੁੱਤ ਹੈ, ਮੈਂ ਦੇਖਣਾ ਪਿਆ ਤੇਰੇ ਹੱਥ ਠਠੰਬਰਦੇ ਪਏ ਨੇ, ਤੈਨੂੰ ਸਰਦੀ ਲੱਗ ਰਹੀ, ਕੱਪੜੇ ਕਿਉਂ ਨਹੀਂ ਪਾਏ? ਬੱਚੇ ਨੇ ਜਵਾਬ ਦਿੰਦਿਆਂ ਕਿਹਾ, ਮਹਾਰਾਜ ਦੇ ਸਾਹਿਬਜ਼ਾਦਾ ਜੀ, ਅਸਲ ਦੇ ਵਿੱਚ ਕਿਹਦਾ ਜੀ ਨਹੀਂ ਕਰਦਾ ਕਿ ਉਹ ਮਨ ਭਾਉਂਦੇ ਪਹਿਰਾਵੇ ਨੂੰ ਪਾਵੇ, ਮਨ ਭਾਉਂਦੇ ਖਾਣੇ ਨੂੰ ਖਾਵੇ, ਜੀਵਨ ਦਾ ਹਰ ਰੰਗ ਮਾਣੇ, ਪਰ ਗਰੀਬੀ ਨੇ ਇੰਨਾ ਕੁ ਲੱਕ ਤੋੜਿਆ ਹੋਇਆ ਹੈ। ਮਾਂ ਮੇਰੀ ਲੋਕਾਂ ਦੇ ਘਰ ਦਾ ਕੰਮ ਕਰਦੀ ਏ, 2 ਵਕਤ ਦੀ ਰੋਟੀ ਮਸਾਂ ਸਾਡੇ ਘਰ ਵਿੱਚ ਪੱਕਦੀ ਏ। ਵੈਰਾਗ ਦੀ ਮੂਰਤ ਨੇ ਸ਼ਬਦ ਸੁਣੇ, ਜਿਹੜਾ ਜੰਝ ਦੇ ਨਾਲ ਜਾਣ ਵਾਸਤੇ ਕੀਮਤੀ ਲਿਬਾਸ ਪਾਇਆ ਸੀ, ਆਪਣਾ ਲਿਬਾਸ ਉਤਾਰ ਕੇ ਉਸ ਬੱਚੇ ਨੂੰ ਪਹਿਨਣ ਵਾਸਤੇ ਦੇ ਦਿੱਤਾ। ਇਹਦਾ ਇੱਕ ਕਾਰਨ ਸੀ। ਪੁਰਾਣੇ ਸਮਿਆਂ ਵਿੱਚ ਜਦੋਂ ਜੰਝ ਜਾਂਦੀ ਸੀ, ਕਈ ਦਿਨ ਜੰਝ ਉੱਥੇ ਜਾ ਕੇ ਟਿਕਦੀ ਸੀ। ਇਹਦਾ ਅਰਥ ਕਿ ਕਈ ਵਸਤਰ ਕੱਪੜੇ ਜੰਝ ਨਾਲ ਲੈ ਕੇ ਚੱਲਦੀ ਸੀ। ਹਜੂਰ ਨੇ ਸੋਚਿਆ, ਮੈਨੂੰ ਤਾਂ ਕੱਪੜੇ ਹੋਰ ਵੀ ਘਰੋਂ ਮਿਲ ਜਾਣਗੇ। ਆਪਣਾ ਨਵਾਂ ਜਾਮਾ ਉਤਾਰ ਕੇ ਬੱਚੇ ਦੇ ਗਲ ਵਿੱਚ ਪਾ ਦਿੱਤਾ। ਜਦੋਂ ਮਾਤ ਨਾਨਕੀ ਨੇ ਦੇਖਿਆ ਜੰਝ ਤਾਂ ਰਵਾਨਾ ਹੋਣ ਲੱਗੀ ਏ ਤੇ ਬਾਲ ਤੇਗ ਬਹਾਦਰ ਦੇ ਕੱਪੜੇ ਕਿੱਧਰ ਗਏ? ਪੁੱਛਣ ਤੇ ਪਤਾ ਲੱਗਾ ਇੱਕ ਬੱਚੇ ਨੂੰ ਦੇ ਦਿੱਤੇ ਨੇ। ਮਨ ਵਿੱਚ ਗੁੱਸਾ ਵੀ ਆਇਆ, ਪਰ ਗੁਰੂ ਹਰਗੋਬਿੰਦ ਸਾਹਿਬ ਜਦੋਂ ਇੰਨਾ ਸਤਿਕਾਰ ਕਰਦੇ ਸਨ, ਮਾਂ ਝਿੜਕ ਨਾ ਸਕੀ। ਬਾਹੋਂ ਪਕੜ ਕੇ ਗੁਰੂ ਪਿਤਾ ਕੋਲ ਲਿਜਾ ਕੇ ਸ਼ਬਦ ਕਹੇ, ਆ ਦੇਖੋ ਤੁਹਾਡੇ ਲਾਡਲੇ ਨੇ ਕੀ ਕੀਤਾ, ਜੰਝ ਚੱਲਣ ਦਾ ਵਕਤ ਹੋਇਆ ਹੈ ਤੇ ਆਪਣੇ ਕੱਪੜੇ ਉਤਾਰ ਕੇ ਪਤਾ ਨਹੀਂ ਕਿਹਨੂੰ ਦੇ ਆਇਆ ਹੈ। ਗੁਰੂ ਤੇਗ ਬਹਾਦਰ ਜੀ ਨੇ ਚੁੱਕ ਕੇ ਗੋਦ ਵਿੱਚ ਬਿਠਾ ਲਿਆ, ਮੁਸਕਰਾ ਕੇ ਕਹਿਣ ਲੱਗੇ, ਮੇਰਾ ਪੁੱਤਰ ਹੁਣ ਤੋਂ ਹੀ ਦੂਸਰਿਆਂ ਦਾ ਜਾਮਾ ਦੇ ਕੇ ਤਨ ਢੱਕਣ ਲੱਗ ਪਿਆ। ਅਜੇ ਤੇ ਸਮਾਂ ਹੀ ਨਹੀਂ ਆਇਆ, ਅਜੇ ਤੇ ਉਹ ਵਕਤ ਨਹੀਂ ਆਇਆ, ਤੁਸੀਂ ਤਾਂ ਬਾਲ ਉਮਰ ਦੇ ਵਿੱਚ ਹੀ ਨੰਗੇਜ ਨੂੰ ਢੱਕਣਾ ਸ਼ੁਰੂ ਕਰ ਦਿੱਤਾ ਹੈ। ਹਜੂਰ ਨੇ ਬੜੇ ਪਿਆਰੇ ਬਚਨ ਕਹਿਣ ਲੱਗੇ, ਆਜਰ ਜਰਨ ਔਰ ਧੀਰ ਧੁਰ ਅੰਦਰ। ਨਾਨਕੀ ਤੈਨੂੰ ਇਸ ਬਾਲ ਬਾਰੇ ਅਜੇ ਪਤਾ ਨਹੀਂ, ਇਹ ਆਜਰ ਨੂੰ ਜਰਨ ਵਾਲਾ ਹੈ ਤੇ ਧੀਰਜ ਤੇ ਇਹਦੇ ਅੰਦਰ ਧੁਰ ਅੰਦਰ ਤੱਕ ਟਿਕਿਆ ਹੋਇਆ ਹੈ। ਇਹਨੂੰ ਤਾਂ ਜਲਾਦਾਂ ਦੀਆਂ ਤਲਵਾਰਾਂ ਨੇ ਵੀ ਡਰਾ ਨਹੀਂ ਸਕਣਾ, ਏਡਾ ਨਿਰਭੈ ਹੈ ਇਹ ਮੇਰਾ ਪੁੱਤਰ। ਇੱਥੇ ਇਹ ਘਟਨਾ ਵਾਪਰਦੀ ਅੰਮ੍ਰਿਤਸਰ ਦੀ ਧਰਤੀ ਤੇ। ਇਹ ਦੱਸਦਾ ਪਿਆ ਸੀ ਸਤਿਗੁਰੂ ਦਾ ਜੀਵਨ। ਆਉਣ ਵਾਲੇ ਸਮੇਂ ਦੇ ਵਿੱਚ ਇਹਨੇ ਇੱਕ ਬੱਚੇ ਦਾ ਤਨ ਢੱਕਿਆ ਹੈ। ਸਮਾਂ ਆਏਗਾ ਜਦੋਂ ਸਾਰੇ ਸੰਸਾਰ ਨੂੰ ਢੱਕ ਕੇ ਉਹਦੀ ਇੱਜ਼ਤ ਬਚਾਏਗਾ। ਇਹ ਸ਼ਬਦ ਅਸੀਂ ਵਰਤ ਦਿੰਨੇ ਆ, ਹਿੰਦ ਦੀ ਚਾਦਰ ਜਾਂ ਹਿੰਦੂਆਂ ਦੇ ਧਰਮ ਨੂੰ ਢੱਕ ਲੈਣਾ, ਪਰ ਆਪਣੀ ਪੁਰਾਤਨਤਾ ਨੂੰ ਪੜ੍ਹ ਕੇ ਦੇਖੋ। ਗੁਰੂ ਗੋਬਿੰਦ ਸਿੰਘ ਸਮੇਂ ਜਿਹੜੇ ਕਵੀ ਸੈਨਾਪਤ ਹੋਏ ਨੇ, ਜਿਨ੍ਹਾਂ ਨੇ ਗੁਰੂ ਸ਼ੋਭਾ ਗ੍ਰੰਥ ਲਿਖਿਆ ਹੈ, ਉਹਦੇ ਵਿੱਚ ਉਹ ਸ਼ਬਦ ਕਹਿੰਦੇ ਨੇ, ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ। ਸਾਰੀ ਸ੍ਰਿਸ਼ਟੀ ਦਾ ਨਾਂ ਲਿਆ ਉਹਨਾਂ ਇਹ ਨਹੀਂ ਕਿਹਾ ਕੱਲੀ ਹਿੰਦ ਦੀ ਚਾਦਰ। ਕਹਿੰਦੇ ਪ੍ਰਗਟ ਹੋਏ ਨੇ ਗੁਰੂ ਤੇਗ ਬਹਾਦਰ ਮਹਾਰਾਜ, ਸਗਲ ਸ੍ਰਿਸ਼ਟ ਢਾਕ ਬੇ ਚਾਦਰ। ਉਹਨਾਂ ਨੇ ਸਾਰੀ ਸ੍ਰਿਸ਼ਟੀ ਨੂੰ ਢੱਕਣਾ ਹੈ ਆਪਣੀ ਚਾਦਰ ਦੇ ਨਾਲ। ਉਹ ਕਿਸੇ ਇੱਕ ਫਿਰਕੇ ਜਾਂ ਇੱਕ ਕਮਿਊਨਿਟੀ ਵਾਸਤੇ ਨਹੀਂ। ਅੰਮ੍ਰਿਤਸਰ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦਾ ਜੀਵਨ ਬਤੀਤ ਹੁੰਦਾ ਹੈ। ਇੱਥੋਂ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਬਾਣੀ ਦਾ ਅਧਿਐਨ ਕਰਦੇ ਨੇ। ਬਾਲ ਉਮਰ ਵਿੱਚ ਘੋੜ ਸਵਾਰੀ, ਨੇਜੇਬਾਜੀ, ਸਾਰੀ ਸ਼ਸਤਰ ਵਿਦਿਆ ਦਿੱਤੀ ਜਾ ਰਹੀ ਹੈ। ਇਹ ਵੱਖਰੀ ਗੱਲ, ਅਸੀਂ ਉਹਨਾਂ ਦੇ ਕਈ ਵਾਰ ਸਿਰਫ ਇਹੀ ਸਰੂਪ ਬਾਰੇ ਜਾਣਦੇ ਹਾਂ। ਉਹ ਵੈਰਾਗ ਦੀ ਮੂਰਤ ਸਨ, ਉਹ ਤਿਆਗ ਦੀ ਮੂਰਤ ਸਨ, ਉਹ ਅਨੁਰਾਗ ਦੀ ਮੂਰਤ ਸਨ। ਪਰ ਗੁਰੂ ਤੇਗ ਬਹਾਦਰ ਬੜੇ ਵੱਡੇ ਯੋਧੇ ਵੀ ਨੇ।
ਅੰਮ੍ਰਿਤਸਰ ਦੀ ਜਿਹੜੀ ਪਹਿਲੀ ਜੰਗ ਮੁਖਲਸ ਖਾਨ ਦੇ ਨਾਲ ਹੁੰਦੀ ਏ, 7 ਸਾਲ ਦੀ ਉਮਰ ਵਿੱਚ ਸਤਿਗੁਰੂ ਆਪਣੀਆਂ ਅੱਖਾਂ ਨਾਲ ਗੁਰੂ ਪਿਤਾ ਨੂੰ ਮੈਦਾਨੇ ਜੰਗ ਵਿੱਚ ਲੜਦਿਆਂ ਤੱਕਦੇ ਨੇ। ਮਨ ਬੜਾ ਪ੍ਰਭਾਵਿਤ ਹੁੰਦਾ ਕਿ ਗੁਰੂ ਪਿਤਾ ਹੱਸਦੇ ਪਏ ਨੇ ਤਲਵਾਰ ਚਲਾਉਂਦਿਆਂ, ਮੁਸਕਰਾਉਂਦੇ ਪਏ ਨੇ ਵੈਰੀ ਨੂੰ ਡੰਡ ਦਿੰਦਿਆਂ। ਮਨ ਦਰਬ ਗਿਆ, ਇੰਨਾ ਮਨ ਦੇ ਉੱਤੇ ਅਸਰ ਹੋਇਆ। ਸਮਾਂ ਆਇਆ, ਪਰਿਵਾਰ ਸਮੇਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅੰਮ੍ਰਿਤਸਰ ਨੂੰ ਛੱਡਿਆ। ਕੀਰਤਪੁਰ ਸਾਹਿਬ ਦੀ ਧਰਤੀ, ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜਾ ਟਿਕੇ ਨੇ। ਯਾਦ ਰੱਖਿਏ, ਉਹੀ ਕਰਤਾਰਪੁਰ ਸਾਹਿਬ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸ਼ਾਦੀ ਪਿਤਾ ਲਾਲ ਚੰਦ ਮਾਤਾ ਬਿਸ਼ਨ ਕੌਰ ਦੀ ਲਾਡਲੀ ਧੀ ਮਾਤਾ ਗੁਜਰੀ ਨਾਲ ਹੋਈ। ਅਜੇ ਕੁਝ ਸਮੇਂ ਹੋਏ ਨੇ, ਕੁਝ ਮਹੀਨੇ ਗੁਜਰੇ ਨੇ ਵਿਆਹ ਨੂੰ। ਪੈਂਦੇ ਖਾਂ ਫੌਜ ਲੈ ਕੇ ਚੜ ਆਇਆ। ਹਜੂਰ ਨੇ ਆਪਣੀ ਜਵਾਨੀ ਦੀ ਉਮਰ ਵਿੱਚ ਇੱਥੇ ਪਹਿਲੀ ਜੰਗ ਲੜੀ ਹੈ। ਮਾਤ ਗੁਜਰੀ, ਮਾਤਾ ਨਾਨਕੀ ਕੋਠੇ ਤੇ ਬੈਠ ਕੇ ਆਪਣੇ ਪੁੱਤਰ ਤੇ ਆਪਣੇ ਪਤੀ ਨੂੰ ਲੜਦਿਆਂ ਦੇਖ ਰਹੀਆਂ ਨੇ। ਸਤਿਗੁਰੂ ਨੇ ਡਟ ਕੇ ਮੁਕਾਬਲਾ ਕੀਤਾ, ਐਸੇ ਬਲ ਦੇ ਨਾਲ ਤੇਗ ਚਲਾਈ। ਤੇ ਕੁਝ ਇਤਿਹਾਸਕਾਰ ਇੱਥੇ ਕਹਿੰਦੇ ਨੇ ਪਹਿਲਾ ਨਾਮ ਸੀ ਤਿਆਗ ਮੱਲ। ਇਸ ਜੰਗ ਨੂੰ ਦੇਖ ਕੇ ਜਦੋਂ ਜੰਗ ਜਿੱਤਣ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦਾਤਾਂ ਬਖਸ਼ੀਆਂ, ਕਿਰਪਾ ਕੀਤੀ ਤੇ ਆਪਣੇ ਪੁੱਤਰ ਨੂੰ ਬੁਲਾ ਕੇ ਕਿਹਾ, ਤੂੰ ਤਿਆਗ ਮੱਲ ਨਹੀਂ, ਅੱਜ ਜਿੱਡੇ ਬਲ ਦੇ ਨਾਲ ਮੁਕਾਬਲਾ ਕੀਤਾ ਵੈਰੀਆਂ ਦਾ, ਤੂੰ ਤੇ ਸਾਡਾ ਤੇਗ ਬਹਾਦਰ ਹੈ। ਏਡੇ ਬਲ ਦੇ ਨਾਲ ਤੇਗ ਚਲਾਈ। ਇੱਥੇ ਕੁਝ ਸਮਾਂ ਗੁਜ਼ਾਰਨ ਤੋਂ ਬਾਅਦ ਗੁਰੂ ਹਰਗੋਬਿੰਦ ਮਹਾਰਾਜ ਆਪਣੇ ਪਰਿਵਾਰ ਦੇ ਸਮੇਤ ਕੀਰਤਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਟਿਕਦੇ ਨੇ। ਇੱਥੇ ਸਤਿਗੁਰੂ ਨੇ ਕਾਫੀ ਲੰਬੇਰਾ ਸਮਾਂ ਬਿਤਾਇਆ। ਗੁਰੂ ਤੇਗ ਬਹਾਦਰ ਮਹਾਰਾਜ ਦਾ ਨੇਮ ਹੈ ਰੋਜ਼ ਸੰਗਤ ਵਿੱਚ ਆ ਕੇ ਬੈਠਣਾ, ਦਰਬਾਰ ਦੀ ਰੋਜ਼ਾਨਾ ਹਾਜ਼ਰੀ ਭਰਨੀ, ਸੰਧਿਆ ਵੇਲੇ ਅੰਮ੍ਰਿਤ ਵੇਲੇ ਕੀਰਤਨ ਸੁਣਨਾ, ਕਥਾ ਸੁਣਨੀ, ਸੰਗਤ ਦੀ ਸੇਵਾ ਕਰਨੀ, ਹਰ ਵਕਤ ਸੇਵਾ ਤੇ ਸਿਮਰਨ ਦੇ ਵਿੱਚ ਜੁਟੇ ਰਹਿਣਾ। ਇੱਥੇ ਫਿਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ ਗੁਰੂ ਹਰ ਰਾਏ ਮਹਾਰਾਜ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਤੇ ਮਾਤਾ ਨਾਨਕੀ ਜੀ ਨੇ ਆ ਕੇ ਸਤਿਗੁਰੂ ਨੂੰ ਬੇਨਤੀ ਕੀਤੀ, ਮਹਾਰਾਜ ਆਪ ਜੀ ਗੁਰਤਾ ਗੱਦੀ ਤਾਂ ਆਪਣੇ ਪੋਤਰੇ ਗੁਰੂ ਹਰ ਰਾਏ ਸਾਹਿਬ ਨੂੰ ਦੇ ਚੱਲੇ ਹੋ, ਤੇ ਮੇਰਾ ਜੋ ਪੁੱਤਰ ਹੈ ਤਾਂ ਕਿਸੇ ਦੇ ਨਾਲ ਬੋਲਦਾ ਵੀ ਨਹੀਂ, ਇਹ ਤਾਂ ਮਸੰਦਾਂ ਦੇ ਨਾਲ ਮੇਲ ਜੋਲ ਵੀ ਨਹੀਂ ਰੱਖਦਾ, ਸਾਰਾ ਦਿਨ ਸੇਵਾ ਤੇ ਭਗਤੀ ਵਿੱਚ ਲੱਗਾ ਰਹਿੰਦਾ, ਇਹਦਾ ਆਉਣ ਵਾਲਾ ਸਮਾਂ ਦਾ ਗੁਜ਼ਰਾਨ ਕਿਵੇਂ ਹੋਏਗਾ। ਸਾਡੀ ਤਵਾਰੀਖ ਦੱਸਦੀ ਉਸ ਸਮੇਂ ਗੁਰੂ ਹਰਗੋਬਿੰਦ ਮਹਾਰਾਜ ਪ੍ਰਸ਼ਾਦਾ ਪੈ ਛਕਦੇ ਸਨ। ਪ੍ਰਸ਼ਾਦਾ ਛਕਿਆ, ਹੱਥ ਸਾਫ਼ ਕਰਕੇ ਇੱਕ ਰੁਮਾਲ ਸੀ, ਕਹਿਣ ਲੱਗੇ ਨਾਨਕੀ ਇਹਨੂੰ ਸਾਂਭ ਕੇ ਰੱਖ ਲੈ। ਆਪਣੇ ਕੋਲੋਂ ਦੂਸਰੀ ਬਖਸ਼ਿਸ਼ ਦਿੱਤੀ, ਇੱਕ ਕਟਾਰ ਦਿੱਤੀ ਤੇ ਇੱਕ ਪੋਥੀ ਦੇ ਕੇ ਕਹਿਣ ਲੱਗੇ ਇਹ ਵਸਤੂਆਂ, ਇਹ ਦਾਤਾਂ ਮੇਰੇ ਪੁੱਤਰ ਨੂੰ ਦੇ ਦੇਈਂ, ਇਹਨਾਂ ਦੇ ਅਧਿਕਾਰ ਦੇ, ਇਹਨਾਂ ਦਾ ਵਾਲੀ ਮੇਰੇ ਪੁੱਤਰ ਦੇ ਘਰ ਵਿੱਚ ਜਿਹੜਾ ਪੁੱਤਰ ਹੋਏਗਾ ਇਹ ਦਾਤਾਂ ਉਹਨੂੰ ਮਿਲਣਗੀਆਂ। ਸਚਾਈ ਉਹੀ ਰਮਾਲ ਫੈਲ ਕੇ ਚਾਦਰ ਬਣਿਆ। ਉਹ ਕਟਾਰ ਆਪਣੀ ਜਵਾਨੀ ਵਿੱਚ ਆ ਕੇ ਫੌਲਾਦ ਦੀ ਕਲਗੀਧਰ ਦੀ ਸ੍ਰੀ ਸਾਹਿਬ ਬਣੀ। ਉਹੀ ਪੋਥੀ ਜਿਹਨੇ ਬਾਅਦ ਵਿੱਚ ਭੰਡਾਰ ਭਰਿਆ ਬਾਣੀ ਦਾ। ਹਜੂਰ ਨੇ ਆਪਣੀ ਰਸਨਾ ਤੋਂ 59 ਸ਼ਬਦ, 57 ਸ਼ਲੋਕ, 15 ਰਾਗਾਂ ਦੇ ਵਿੱਚ ਗੌੜੀ ਤੋਂ ਲੈ ਕੇ ਜੈਜਾਵੰਤੀ ਤੱਕ ਬਾਣੀ ਉਚਾਰਨ ਕੀਤੀ। ਇਹ ਚਿੰਨ੍ਹ ਸਨ ਗੁਰਤਾ ਗੱਦੀ ਦੇ, ਦਿਸਦਾ ਪਿਆ ਸੀ। ਸਮਾਂ ਆਉਣ ਤੇ ਗੁਰੂ ਤੇਗ ਬਹਾਦਰ ਮਹਾਰਾਜ ਸਿੱਖਾਂ ਦੇ ਗੁਰੂ ਬਣਨਗੇ, ਔਰ ਨਾਲ ਹੀ ਹੁਕਮ ਕੀਤਾ ਸਾਡਾ ਸਮਾਂ ਨਜ਼ਦੀਕ ਆ ਰਿਹਾ ਹੈ, ਨਾਨਕੀ ਤੁਸਾਂ ਆਪਣੇ ਪੁੱਤਰ ਨੂੰ ਲੈ ਕੇ, ਬਾਬਾ ਸ਼ਬਦ ਬਾਅਦ ਵਿੱਚ ਲੱਗਦਾ, ਪਹਿਲਾਂ ਇਸ ਪਿੰਡ ਦਾ ਨਾਮ ਸੀ ਬਕਾਲਾ ਤੇ ਮਾਤਾ ਨਾਨਕੀ ਜੀ ਦੇ ਪੇਕੇ ਨੇ, ਤੁਸੀਂ ਉਸ ਬਕਾਲੇ ਪਿੰਡ ਵਿੱਚ ਚਲੇ ਜਾਣਾ ਹੈ। ਗੁਰੂ ਤੇਗ ਬਹਾਦਰ ਮਹਾਰਾਜ, ਮਾਤਾ ਗੁਜਰੀ ਜੀ ਬਾਬੇ ਬਕਾਲੇ ਦੀ ਧਰਤੀ ਤੇ ਆਉਂਦੇ ਨੇ,
ਔਰ ਉਹ ਸਿੱਖ ਭਾਈ ਮਹਿਰਾ ਜਿਹਦੇ ਘਰ ਦੇ ਵਿੱਚ ਮਾਤਾ ਗੰਗਾ ਜੀ ਨੇ ਅਕਾਲ ਚਲਾਣਾ ਕੀਤਾ, ਗੁਰਪੁਰਬ ਪਿਆਨਾ ਕੀਤਾ, ਤੇ ਜਦੋਂ ਸੰਸਕਾਰ ਤੋਂ ਬਾਅਦ ਉਸ ਸਿੱਖ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ, ਸਤਿਗੁਰੂ ਕੁਝ ਸਮਾਂ ਮੇਰੇ ਘਰ ਵਿੱਚ ਹੋਰ ਠਹਿਰੋ, ਤੇ ਹਜੂਰ ਨੇ ਬਚਨ ਕਹੇ ਸਨ, ਕੁਝ ਸਮਾਂ ਨਹੀਂ, ਸਮਾਂ ਆਏਗਾ, ਬਹੁਤ ਲੰਬੇਰਾ ਸਮਾਂ ਤੇਰੇ ਘਰ ਵਿੱਚ ਟਿਕਾਂਗੇ। ਇਹ ਉਹੀ ਸੁੰਦਰ ਹਵੇਲੀ ਜਿੱਥੇ ਮਾਤਾ ਗੰਗਾ ਜੀ ਚੜ੍ਹਾਈ ਕੀਤੇ, ਗੁਰੂ ਤੇਗ ਬਹਾਦਰ ਮਹਾਰਾਜ ਮਾਤਾ ਨਾਨਕੀ, ਮਾਤਾ ਗੁਜਰੀ ਨੂੰ ਨਾਲ ਲੈ ਕੇ ਭਾਈ ਮਹਿਰੇ ਦੇ ਘਰ ਵਿੱਚ ਆ ਕੇ ਰਹੇ। ਇੱਥੇ ਫਿਰ ਸਤਿਗੁਰਾਂ ਨੇ ਸਿਮਰਨ ਕਰਨਾ, ਭਗਤੀ ਦੇ ਵਿੱਚ ਜੁੜਨਾ, ਔਰ ਸ਼ਾਮ ਦੇ ਸਮੇਂ ਘੋੜੀ ਉੱਪਰ ਬੈਠ ਕੇ ਰੋਜ਼ਾਨਾ ਸੈਰ ਕਰਨ ਜਾਂਦੇ ਸਨ, ਜੋਧੇ ਸਨ। ਇਹਦੇ ਬਾਰੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੀ ਬਾਣੀ ਵਿੱਚ ਕਹਿੰਦੇ ਨੇ ਵੀ ਇਹ ਜਿਹੜੇ ਦਿਨ ਬਤੀਤ ਹੋ ਰਹੇ ਸਨ, ਕਿਵੇਂ ਤਾਤ ਮਾਤ ਮੋਰੇ ਅਲਖ ਅਰਾਧਾ, ਬਹੁ ਬਿਦ ਜੋਗ ਸਾਧਨਾ ਸਾਧਾ, ਤਿਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭੈ ਪ੍ਰਸੰਨ ਗੁਰਦੇਵਾ, ਤਿਨ ਪ੍ਰਭ ਜਬ ਆਇਸ ਮੋਇ ਦੀਆ, ਤਬ ਹਮ ਜਨਮ ਕਲੂ ਮਹਿ ਲੀਆ। ਇਹਨਾਂ ਦਿਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਮੇਰੇ ਮਾਤਾ ਤੇ ਮੇਰੇ ਪਿਤਾ ਨੇ ਉਸ ਅਕਾਲ ਦੀ ਬੇਅੰਤ ਘਾਲਣਾ ਕਰ ਲਈ, ਰਾਤ ਦਿਨ ਸਿਮਰਨ ਦੇ ਵਿੱਚ ਜੁਟ ਕੇ ਉਸ ਮਾਲਕ ਨੂੰ ਪ੍ਰਸੰਨ ਕੀਤਾ। ਯਾਦ ਰੱਖੋ, ਇਧਰ ਗੁਰੂ ਤੇਗ ਬਹਾਦਰ ਮਹਾਰਾਜ ਆਪਣਾ ਜੀਵਨ ਪ੍ਰੇਮਾ ਭਗਤੀ ਸੇਵਾ ਦੇ ਵਿੱਚ ਬਤੀਤ ਕਰਦੇ ਨੇ, ਤੇ ਭੱਟ ਵਹੀਆਂ ਦੇ ਅਨੁਸਾਰ ਆਸੇ-ਪਾਸੇ ਦੇ ਨਗਰਾਂ ਦੇ ਵਿੱਚ ਪ੍ਰਚਾਰ ਦੌਰੇ ਵੀ ਕਰਦੇ ਪਏ ਨੇ। ਪਰ ਬਹੁਤਾ ਸਮਾਂ ਇਕਾਂਤ ਵਿੱਚ ਟਿਕ ਕੇ ਚੁੱਪ ਰਹਿ ਕੇ ਉਸ ਮਾਲਕ ਦੇ ਬ੍ਰਹਿਮੰਡ ਦੀਆਂ ਗੁੱਝੀਆਂ ਰਮਜਾਂ ਨੂੰ ਸਮਝ ਰਹੇ ਨੇ, ਉਹਦੇ ਭੇਤਾਂ ਤੋਂ ਜਾਣੂ ਹੋ ਰਹੇ ਨੇ। ਉਧਰ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਆਪਣਾ ਸਰੀਰਕ ਜਾਮਾ ਸੰਕੋਚਦੇ ਨੇ ਤੇ ਗੁਰਤਾ ਗੱਦੀ ਦੇ ਵਾਰਸ ਬਣਦੇ ਨੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ। ਸਤਿਗੁਰੂ ਕੀਰਤਪੁਰ ਸਾਹਿਬ ਤੋਂ ਚੱਲ ਕੇ ਬੰਗਲਾ ਸਾਹਿਬ, ਜਿੱਥੇ ਅੱਜ ਕੱਲ ਗੁਰਦੁਆਰਾ ਸਥਾਪਿਤ ਹੈ, ਇਸ ਥਾਂ ਤੇ ਸਤਿਗੁਰੂ ਆ ਕੇ ਟਿਕਦੇ ਨੇ। ਤੇ ਆਪਣੇ ਅਖੀਰਲੇ ਸਮੇਂ ਜਦੋਂ ਦੀਵਾਨ ਦਰਗਾਹ ਮਾਲੇ ਸ਼ਬਦ ਪੁੱਛਦਾ ਸਤਿਗੁਰੂ, ਆਪ ਜੀ ਸਰੀਰਕ ਜਾਮਾ ਸੰਕੋਚ ਰਹੇ ਹੋ, ਹਿੰਮਤ ਕਰਕੇ ਕਹਿਣ ਲੱਗਾ, ਜਿਹੜੀ ਸੰਗਤ ਹੈ ਕਿਸ ਦੇ ਸਹਾਰੇ ਛੱਡ ਕੇ ਚੱਲੇ ਹੋ, ਕਿਰਪਾ ਕਰੋ ਉਸ ਭਾਰੀ ਪੁਰਖ ਦਾ ਨਾਮ ਦੱਸ ਦਿਓ। ਇਤਿਹਾਸ ਦੱਸਦਾ ਹੈ, ਸਮੱਗਰੀ ਮੰਗਾਈ, ਹਜੂਰ ਨੇ ਇਸ਼ਾਰਾ ਕਰਕੇ ਗੁਰਤਾ ਗੱਦੀ ਵਾਲੀ, ਉਸ ਥਾਲ ਦੇ ਉੱਪਰ ਆਪਣੇ ਸੱਜੇ ਹੱਥ ਨਾਲ ਪਰਕਰਮਾ ਕਰਕੇ ਸ਼ਬਦ ਕਹੇ, ਬਾਬਾ ਬਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਅਗਲੇ ਵਾਰਸ ਹੋਣਗੇ ਜੋ ਬਾਬਾ ਬਕਾਲੇ ਦੀ ਧਰਤੀ ਤੇ ਰਹਿੰਦਾ ਪਿਆ। ਇੰਨੀ ਕਹਿ ਕੇ ਸਤਿਗੁਰਾਂ ਨੇ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਸਰੀਰਕ ਜਾਮਾ ਸੰਕੋਚਿਆ। ਹੁਣ ਸੰਗਤਾਂ ਅਗਲੇ ਗੁਰੂ ਦੀ ਭਾਲ ਵਿੱਚ ਚੱਲੀਆਂ ਨੇ। ਪਹਿਲਾਂ ਤੇ ਕਮਾਈ ਸੀ ਉਸ ਗੁਰਮੁਖ ਦੀ, ਬਾਬਾ ਬੁੱਢਾ ਸਾਹਿਬ ਜੀ ਦੀ। ਜਦੋਂ ਵੀ ਗੁਰੂ ਨੇ ਓਹਲਾ ਕਰਨਾ ਤੇ ਉਸ ਗੁਰੂ ਕੇ ਸਿੱਖ ਨੇ ਪਹਿਚਾਨ ਲੈਣਾ। ਜਦੋਂ ਸਿੱਖਾਂ ਨੇ ਬੇਬਲ ਹੋਣਾ, ਅਗਵਾਈ ਕਰਨੀ ਉਸ ਗੁਰਮੁਖ ਨੇ, ਹਰ ਵਾਰ ਸੰਗਤਾਂ ਨੂੰ ਗੁਰੂ ਲੱਭ ਕੇ ਦੇ ਦੇਣਾ। ਪਰ ਇਸ ਵਾਰ ਬਾਬਾ ਬੁੱਢਾ ਜੀ ਸਰੀਰ ਕਰਕੇ ਨਹੀਂ, ਸੰਗਤਾਂ ਬੇਬਲ ਹੋ ਰਹੀਆਂ ਨੇ। ਕਿਉਂਕਿ ਜਦੋਂ ਪਤਾ ਲੱਗਾ ਸੋਢੀਆਂ ਨੂੰ ਕਿ ਗੁਰੂ ਹਰਗੋਬਿੰਦ ਤੋਂ ਬਾਅਦ ਗੁਰੂ ਹਰਿ ਰਾਏ ਮਹਾਰਾਜ ਜੀ ਦੇ ਸੁਪੁੱਤਰ ਗੁਰੂ ਹਰਿਕ੍ਰਿਸ਼ਨ ਜੀ ਨੇ ਸ਼ਬਦ ਵਰਤੇ ਨੇ ਕਿ ਬਾਬਾ ਬਸੇ ਗ੍ਰਾਮ ਬਕਾਲੇ, ਉਹ ਇੰਨੀ ਕਹਿ ਕੇ ਚੁੱਪ ਕਰ ਗਏ ਨੇ। ਇੱਥੇ ਪਖੰਡੀਆਂ ਨੇ ਆਪੋ ਆਪਣੀਆਂ ਮੰਜੀਆਂ ਲਾ ਲਈਆਂ, ਕਿਉਂਕਿ ਨਾਮ ਕਿਸੇ ਦਾ ਨਹੀਂ ਸੀ ਲਿਆ, ਸ਼ਬਦ ਸਿਰਫ ਇੰਨਾ ਕਿਹਾ ਸੀ, ਬਾਬਾ ਬਸੇ ਗ੍ਰਾਮ ਬਕਾਲੇ। ਇਹ ਸੁਣਦਿਆਂ ਜਦੋਂ ਪਖੰਡੀਆਂ ਦੀਆਂ ਮੰਜੀਆਂ ਲੱਗ ਗਈਆਂ, ਥਾਂ ਥਾਂ ਤੇ ਪਖੰਡ ਸ਼ੁਰੂ ਹੋ ਗਿਆ। ਸਿੱਖ ਸੰਗਤਾਂ ਸੱਚ ਦੀ ਭਾਲ ਵਿੱਚ ਬੇਬਲ ਹੋ ਗਈਆਂ, ਖੁਆਰ ਹੋਣ ਲੱਗੀਆਂ। ਉਧਰੋਂ ਦੀਵਾਨ ਦਰਗਾਹ ਮੱਲ ਜੀ ਜੋ ਗੁਰਿਆਈ ਦੀ ਸਮੱਗਰੀ ਸੀ ਲੈ ਕੇ ਦਿੱਲੀ ਤੋਂ ਸੰਗਤਾਂ ਸਮੇਤ ਚੱਲ ਪਏ। ਪੈਂਡਾ ਲੰਬੇਰਾ ਸੀ, ਕੁਝ ਦਿਨ ਲੱਗਣੇ ਸਨ।
ਜਦੋਂ ਆ ਕੇ ਦੇਖਿਆ ਬਕਾਲੇ ਤੇ ਪਖੰਡੀਆਂ ਦੀਆਂ ਮੰਜੀਆਂ ਲੱਗੀਆਂ ਪਈਆਂ, ਹੈਰਾਨ ਹੋ ਗਏ। ਸਿੱਧਾ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਘਰ ਵਿੱਚ ਰਹਿੰਦੇ ਸਨ ਉਸ ਹਵੇਲੀ ਵਿੱਚ ਆ ਗਏ। ਮਾਤ ਨਾਨਕੀ ਜੀ ਜਾਣਦੇ ਸਨ ਜਿਸ ਦਿਨ ਗੁਰੂ ਪ੍ਰਗਟ ਹੋਏਗਾ ਈਰਖਾ ਬਾਲਣੀ ਅਵਸ਼ਕ ਸੀ, ਕਿਉਂਕਿ ਮਾਇਆ ਦਾ ਪ੍ਰਭਾਵ ਹੈ। ਮਾਤ ਨਾਨਕੀ ਜੀ ਨੇ ਸਿਆਣਪ ਵਰਤਦਿਆਂ ਇੱਕ ਸੁਨੇਹਾ ਭੇਜਿਆ ਭਾਈ ਗੜੀਆ ਜੀ ਨੂੰ। ਇਹ ਗੁਰੂ ਅਰਜਨ ਸਾਹਿਬ ਜੀ ਦੇ ਅਨੰਨ ਸੇਵਕ ਸਨ। ਕਰਨੀ ਵਾਲੇ ਗੁਰੂ ਹਰਗੋਬਿੰਦ ਮਹਾਰਾਜ ਨੇ ਬੜਾ ਮਾਣ ਕੀਤਾ ਇਹਨਾਂ ਦਾ। ਅੰਮ੍ਰਿਤਸਰ ਤੋਂ ਭਾਈ ਗੜੀਏ ਜੀ ਨੂੰ ਬੁਲਾਇਆ ਗਿਆ। ਗੋਇੰਦਵਾਲ ਸਾਹਿਬ ਤੋਂ ਭੱਲਿਆਂ ਦੀ ਕੁੱਲ ਵਿੱਚੋਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਕੁੱਲ ਵਿੱਚੋਂ ਬਾਬਾ ਦਵਾਰਕਾ ਦਾਸ ਜੀ ਨੂੰ ਬੁਲਾਇਆ ਗਿਆ। ਤੀਸਰੇ ਸਿੱਖ ਰਮਦਾਸ ਤੋਂ ਬਾਬਾ ਬੁੱਢਾ ਸਾਹਿਬ ਜੀ ਦੇ ਪੜਪੋਤੇ ਬਾਬਾ ਗੁਰਦਿੱਤਾ ਜੀ ਨੂੰ ਬੁਲਾਇਆ ਗਿਆ। ਤਿੰਨਾਂ ਸਿੱਖਾਂ ਨੂੰ ਬੁਲਾਉਣ ਤੋਂ ਬਾਅਦ ਦਵਾਰਕਾ ਦਾਸ ਜੀ ਜਦੋਂ ਸਮੱਗਰੀ ਲੈ ਕੇ ਪੁੱਜੇ ਤੇ ਬਾਬਾ ਗੁਰਦਿੱਤਾ ਜੀ ਨੇ ਗੁਰਿਆਈ ਦਾ ਤਿਲਕ ਦਿੱਤਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਸ਼ਬਦ ਕਹਿਣ ਲੱਗੇ, ਜੇ ਪ੍ਰਗਟ ਨਹੀਂ ਕਰਨਾ ਈਰਖਾ ਮੱਚ ਉੱਠੇਗੀ। ਅਜੇ ਇਹ ਕਹਿਣ ਦੀ ਲੋੜ ਨਹੀਂ ਵੀ ਗੁਰੂ ਤੇਗ ਬਹਾਦਰ ਮਹਾਰਾਜ ਨੇ, ਪਰ ਬਾਣੀ ਦਾ ਅਟਲ ਫੈਸਲਾ ਹੈ, ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਅਨਕ ਜਤਨ ਕਰ ਹਿਰਦੈ ਰਾਖਿਆ, ਰਤਨ ਨਾ ਛਪੈ ਛਪਾਇਆ। ਫੁੱਲ ਜਿੰਨਾ ਮਰਜੀ ਜਤਨ ਕਰ ਲੈ, ਸੁਗੰਧੀ ਕਦੇ ਛੁਪ ਨਹੀਂ ਸਕਦੀ। ਭਗਤ ਜਿਤਨਾ ਮਰਜੀ ਲੁਕ ਕੇ ਬੈਠਾ ਰਵੇ, ਪਰ ਅੰਦਰੋਂ ਜਿਹੜੀ ਮਹਿਕ ਨਿਕਲਦੀ ਪਈ ਬਾਣੀ ਨਾ, ਇਹ ਲੋਕਾਂ ਕੋਲੋਂ ਛੁਪ ਨਹੀਂ ਸਕਦੀ। ਉਸ ਨਾਮ ਦਾ ਸਦਕਾ ਜਿਉਂ-ਜਿਉਂ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਗੁਰੂ ਨਾਨਕ ਦੀ ਜੋਤ ਗੁਰੂ ਤੇਗ ਬਹਾਦਰ ਦੀ ਵਿੱਚ ਟਿਕ ਗਈ ਹੈ। ਨੌਵੇਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਤੇ ਉਧਰ ਤੱਕੋ ਸੂਰਤ ਦੀ ਬੰਦਰਗਾਹ ਦੇ ਉੱਪਰ ਭਾਈ ਮੱਖਣ ਸ਼ਾਹ ਲਵਾਣਾ, ਜਿਹਦਾ ਸਮੁੰਦਰ ਵਿੱਚ ਬੇੜਾ ਡੱਕੋ ਡੋਲੇ ਖਾਂਦਾ ਪਿਆ ਹੈ, ਵਿਧ ਕਿਵੇਂ ਬਣਾਈ ਵਿਧਾਤਾ ਨੇ। ਭਾਈ ਮੱਖਣ ਸ਼ਾਹ ਲਬਾਣੇ ਨੂੰ ਮਲਾਹ ਆ ਕੇ ਕਹਿੰਦੇ ਨੇ, ਬੇੜਾ ਜਿਸ ਘੁੰਮਣ ਘੇਰੀ ਵਿੱਚ ਫਸ ਗਿਆ, ਸਾਡੇ ਵੱਸ ਦੀ ਗੱਲ ਨਹੀਂ, ਅਸੀਂ ਕੱਢ ਸਕੀਏ। ਗੁਰੂ ਦੇ ਚਰਨਾਂ ਦੇ ਨਾਲ ਪ੍ਰੀਤ ਰੱਖਣ ਵਾਲਾ ਮੱਖਣ ਸ਼ਾਹ ਕਹਿਣ ਲੱਗਾ, ਕੋਈ ਗੱਲ ਨਹੀਂ, ਜੇ ਤੁਸੀਂ ਮਲਾਹ ਬਣ ਕੇ ਬੇੜੇ ਨੂੰ ਪਾਰ ਨਹੀਂ ਕਰ ਸਕਦੇ, ਮੇਰੇ ਕੋਲ ਇੱਕ ਐਸਾ ਮਲਾਹ ਹੈ ਜਿਹੜਾ ਡੁੱਬਦੇ ਹੋਏ ਬੇੜਿਆਂ ਨੂੰ ਵੀ ਪਾਰ ਲਾ ਦਿੰਦਾ ਹੈ। ਇਤਿਹਾਸ ਦੱਸਦਾ ਹੈ ਭਾਈ ਮੱਖਣ ਸ਼ਾਹ ਲੁਬਾਣੇ ਨੇ 5 ਇਸ਼ਨਾਨਾ ਕੀਤਾ, ਸਵੱਛ ਵਸਤਰ ਵਸਾ ਕੇ ਇਕਾਗਰ ਚਿੱਤ ਹੋ ਕੇ ਜਪਜੀ ਸਾਹਿਬ ਦਾ ਪਾਠ ਕੀਤਾ। ਇਕਾਗਰ ਚਿੱਤ ਕਰ ਜਪਜੀ ਪੜਾ, ਪੁਨ ਸਤਿਗੁਰ ਕੀਆ ਧਿਆਨ। ਇਕਾਗਰ ਚਿੱਤ ਹੋ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਹੈ। ਇਕਾਗਰ ਹੋ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਜੋ ਜੋ ਕਹੇ ਠਾਕੁਰ ਪਹਿ ਸੇਵਕ, ਤਤਕਾਲ ਹੋਏ ਆਵੇ। ਬੇੜੇ ਪਾਰ ਕਿਉਂ ਨਹੀਂ ਲੱਗਦੇ? ਬਾਣੀ ਇਸ ਗੱਲ ਦੀ ਹਾਮੀ ਭਰਦੀ ਏ, ਜਦੋਂ ਕੋਈ ਸੇਵਕ ਆਪਣੇ ਸੇਵਕ ਕੀ ਕਰੇ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਬੇਕਾਰ ਤੇ ਹਾਟੇ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ। ਇਹ ਬੇੜੇ ਲਾਉਣ ਵਾਲੀ, ਪਾਰ ਲਾਉਣ ਵਾਲੀ ਤੇ ਕੋਈ ਵੱਡੀ ਗੱਲ ਹੀ ਨਹੀਂ। ਗੁਰੂ ਤਾਂ ਇਸ ਦੁਨੀਆ ਦੀ ਗੱਲ ਛੱਡੋ, ਪਰਲੋਕ ਵਿੱਚ ਵੀ ਬਾਂਹ ਪਕੜਦਾ। ਅਸੀਂ ਤਾਂ ਇੱਥੋਂ ਹੀ ਮੁਨਕਰ ਹੋਏ ਬੈਠੇ ਹਾਂ। ਸਤਿਗੁਰ ਸਿੱਖ ਕਾ ਹਲਤ ਪਲਤ ਸਮਾਰੇ, ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ। ਉਹ ਤਾਂ ਜਿੰਦ ਦੇ ਨਾਲ ਵੀ ਜਾਂਦਾ। ਇਸ ਦੁਨੀਆ ਦੇ ਬੇੜੇ ਡੁੱਬਦਿਆਂ ਦੀ ਪਾਰ ਲਾਉਣ ਦੀ ਗੱਲ ਹੀ ਵੱਖਰੀ। ਭਾਈ ਮੱਖਣ ਸ਼ਾਹ ਲਵਾਣਾ ਨੇ ਅਰਦਾਸ ਕੀਤੀ। ਮਹਾਰਾਜ ਦੇ ਚਰਨਾਂ ਵਿੱਚ ਉਸ ਅਰਦਾਸ ਦੀ ਭੇਟਾ ਲੈ ਦੇਣ ਵਾਸਤੇ ਸੂਰਤ ਦੀ ਬੰਦਰਗਾਹ ਤੋਂ ਚੱਲਿਆ ਤੇ ਬੜਾ ਵੱਡਾ ਧਨਾੜ ਸੀ। ਮੁਗਲ ਸੈਨਾ ਦਾ ਰਾਸ਼ਨ ਪਾਣੀ ਢੋਆ ਢੁਆਈ ਕਰਨੀ, ਹਜ਼ਾਰਾਂ ਗੱਡੇ ਚੱਲਦੇ ਨੇ ਇਹਦੇ।
ਸੈਂਕੜੇ ਸਮੁੰਦਰ ਦੇ ਵਿੱਚ ਬੇੜੇ ਚੱਲਦੇ ਨੇ, ਇਹਦੇ ਬੜਾ ਵੱਡਾ ਸ਼ਾਹੂਕਾਰ ਸੀ। ਜਦੋਂ ਸੂਰਤ ਦੀ ਬੰਦਰਗਾਹ ਤੋਂ ਕੀਰਤਪੁਰ ਸਾਹਿਬ ਆਇਆ, ਪਤਾ ਲੱਗਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਦਿੱਲੀ ਗਏ ਨੇ। ਦਿੱਲੀ ਦੀ ਸੰਗਤ ਤੋਂ ਪੁੱਛਿਆ, ਪਤਾ ਲੱਗਾ ਸਤਿਗੁਰ ਤਾਂ ਪ੍ਰਭੁਪੁਰ ਪਿਆਨਾ ਕਰ ਗਏ ਨੇ। ਫਿਰ ਹੁਣ ਕੌਣ ਨੇ? ਪਤਾ ਲੱਗਾ ਸਿਰਫ ਇੰਨਾ ਹੀ ਸ਼ਬਦ ਕਿਹਾ ਹੈ, ਬਾਬਾ ਬਸੇ ਗ੍ਰਾਮ ਬਕਾਲੇ। ਇੰਨੀ ਗੱਲ ਸੁਣਦਿਆਂ ਮੱਖਣ ਸ਼ਾਹ ਆਪਣੇ 500 ਸਿਪਾਹੀਆਂ ਦੇ ਸਮੇਤ, ਕਿਉਂਕਿ ਸ਼ਾਹੂਕਾਰ ਹੈ, ਬਾਡੀਗਾਰਡ ਨਾਲ ਹੋਣੇ ਸੁਭਾਵਿਕ ਗੱਲ ਹੈ, ਆਪਣੇ ਲਾਹੋ ਲਸ਼ਕਰ ਨੂੰ ਨਾਲ ਲੈ ਕੇ ਸਿੱਧਾ ਬਾਬੇ ਬਕਾਲੇ ਦੀ ਧਰਤੀ ਤੇ ਪੁੱਜਾ। ਜਦੋਂ ਦੇਖਿਆ ਥਾਂ ਥਾਂ ਤੇ ਮੰਜੀਆਂ ਲੱਗੀਆਂ ਨੇ, 22 ਗੁਰੂ ਸੋਢੀਆਂ ਦੇ ਵਿੱਚੋਂ ਬਣ ਕੇ ਬੈਠੇ ਨੇ, ਤੇ ਇੱਕ ਇੱਕ ਗੁਰੂ ਦੇ ਪਤਾ ਨਹੀਂ ਕਿੰਨੇ ਕਿੰਨੇ ਅੱਗੇ ਏਜੰਟ ਨੇ ਜਿਹੜੇ ਸੰਗਤ ਨੂੰ ਪ੍ਰੇਰ ਕੇ ਲਿਆ ਰਹੇ ਨੇ ਵੀ ਅਸਲੀ ਗੁਰੂ ਇਹ ਹੈ। ਜਦੋਂ ਉਹਨਾਂ ਨੂੰ ਪਤਾ ਲੱਗਾ ਧਨਾੜ ਪੁਰਸ਼ ਮੱਖਣ ਸ਼ਾਹ ਲੁਬਾਣਾ ਆ ਰਿਹਾ ਹੈ, ਸਾਰਿਆਂ ਨੇ ਆਪੋ ਆਪਣੇ ਬੰਦੇ ਭੇਜ ਦਿੱਤੇ। ਕੋਈ ਕਵੇ ਇਸ ਮੰਜੀ ਨੂੰ ਮੱਥਾ ਟੇਕੋ, ਕੋਈ ਕਹੇ ਇਸ ਮੰਜੀ ਨੂੰ ਮੱਥਾ ਟੇਕੋ। ਮੱਖਣ ਸ਼ਾਹ ਦੁਚਿੱਤੀ ਵਿੱਚ ਪੈ ਗਿਆ ਵੀ ਇਹ ਕੀ ਕਾਰਨ, ਗੁਰੂ ਵਿੱਚ ਤੇ ਏਡੀ ਗੌਰਵਤਾ, ਏਡਾ ਆਨੰਦ, ਤੇ ਇਹ ਤਾਂ ਖਿੱਚ ਖਿੱਚ ਕੇ ਲਿਜਾਂਦੇ ਪਏ ਨੇ ਬਾਹਾਂ ਤੋਂ। ਖੈਰ ਹਰ ਇੱਕ ਦੇ ਅੱਗੇ 2-2 ਮੋਹਰਾਂ ਰੱਖ ਕੇ ਮੱਥਾ ਟੇਕਦਾ ਗਿਆ ਵੀ ਚਲੋ ਠੀਕ ਹੈ, ਜਿਹੜਾ ਅਸਲੀ ਹੋਏਗਾ ਆਪੇ ਬੋਲ ਪਏਗਾ। ਜਦੋਂ ਮੱਥਾ ਟੇਕਦਾ ਗਿਆ, ਸਾਰਿਆਂ ਨੇ ਬੜਾ ਸਨਮਾਨ ਕੀਤਾ। ਧਨਾੜ ਸੀ, ਹਰ ਇੱਕ ਨੇ ਸਰੋਪਾ ਦਿੱਤਾ। ਕੁਝ ਸਮਾਂ ਬੈਠ ਕੇ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ, ਪਰ ਮੱਖਣ ਸ਼ਾਹ ਦਾ ਮਨ ਨਾ ਟਿਕਿਆ। ਸਾਰਾ ਦਿਨ ਗੁਰੂ ਦੀ ਭਾਲ ਕਰਦਾ ਰਿਹਾ, ਸੋਚਦਾ ਰਿਹਾ ਇਹਨਾਂ ਵਿੱਚੋਂ ਅਸਲੀ ਕੌਣ ਹੋਏਗਾ। ਅਖੀਰ ਝੂਰਦੇ ਹੋਏ ਮਨ ਨਾਲ ਸ਼ਾਮਾਂ ਨੂੰ ਜਦੋਂ ਆਪਣੇ ਡੇਰੇ ਵਿੱਚ ਜਾਣ ਲੱਗਾ, ਰਾਹ ਜਾਂਦੇ ਇੱਕ ਰਾਹਗੀਰ ਨੂੰ ਪੁੱਛਦਾ ਕਿ ਗੁਰੂ ਦੀ ਕੁੱਲ ਵਿੱਚੋਂ ਕੋਈ ਹੋਰ ਵੀ ਇੱਥੇ ਰਹਿੰਦਾ ਹੈ? ਕਿਉਂਕਿ ਸਭ ਤੋਂ ਵੱਡਾ ਦਾਅਵੇਦਾਰ ਸੀ ਧੀਰ ਮੱਲ, ਗੁਰੂ ਪੁੱਤਰ ਵੀ ਹੈ ਤੇ ਗੁਰੂ ਭਰਾ ਵੀ ਹੈ। ਤੇ ਸਭ ਤੋਂ ਵੱਡੀ ਗੱਲ ਜੋ ਸੰਗਤਾਂ ਵਿੱਚ ਪ੍ਰਚਲਿਤ ਸੀ ਵੀ ਜਿਹਦੇ ਕੋਲ ਬਾਣੀ ਦਾ ਖਜ਼ਾਨਾ ਹੈ ਉਹੀ ਗੁਰੂ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਧੀਰ ਮੱਲ ਦੇ ਕੋਲ ਸੀ। ਇਹਨੇ ਬੜਾ ਮਾਣ ਕੀਤਾ ਮੱਖਣ ਸ਼ਾਹ ਦਾ, ਪਰ ਉਹ ਟਿਕਾ ਨਾ ਆਇਆ ਮਨ ਨੂੰ ਜਿਹੜਾ ਗੁਰੂ ਦੇ ਦਰਸ਼ਨ ਕੀਤਿਆਂ ਪਹਿਲਾਂ ਆਨੰਦ ਮਾਣਦਾ ਸੀ। ਰਾਹਗੀਰ ਨੂੰ ਪੁੱਛਦਾ ਕੋਈ ਹੋਰ ਵੀ ਹੈ? ਕਹਿੰਦਾ ਹਾਂ, ਇੱਕ ਹੈ ਜਿਹਨੂੰ ਲੋਕ ਤੇਗਾ ਕਮਲਾ ਕਹਿੰਦੇ ਨੇ। ਸਚਾਈ ਇਹ, ਨਾਮ ਜਪਣ ਵਾਲੇ ਦੁਨੀਆ ਦੀ ਨਜ਼ਰ ਵਿੱਚ ਕਮਲੇ ਹੀ ਪ੍ਰਤੀਤ ਹੁੰਦੇ ਨੇ। ਉਹਨੂੰ ਲੋਕ ਤੇਗਾ ਕਮਲਾ ਕਹਿੰਦੇ ਨੇ। ਸਾਰਾ ਦਿਨ ਆਪਣੇ ਘਰ ਦੇ ਵਿੱਚ ਰਹਿੰਦੇ ਨੇ, ਕਦੇ ਕਦੇ ਸ਼ਾਮ ਨੂੰ ਸੈਰ ਕਰਨ ਆ ਜਾਂਦੇ ਨੇ। ਸੋਚਿਆ ਚਲੋ ਜਿੱਥੇ ਇੰਨਿਆਂ ਨੂੰ ਮਿਲੇ, ਇੱਕ ਨੂੰ ਹੋਰ ਮਿਲ ਕੇ ਦੇਖ ਲਈਏ, ਖਬਰੇ ਗੁਰੂ ਉਹੀ ਹੋਵੇ, ਬਾਬਾ ਉਹੀ ਹੋਵੇ ਜਿਹਦੇ ਪਰਥਾਏ ਗੁਰੂ ਹਰਿਕ੍ਰਿਸ਼ਨ ਮਹਾਰਾਜ ਕਹਿ ਗਏ ਨੇ। ਮਨ ਵਿੱਚ ਪ੍ਰਤੀਤ ਸੀ ਕਿ ਸੂਰਜ ਪੱਛਮ ਵਿੱਚੋਂ ਚੜ੍ਹ ਸਕਦਾ ਹੈ, ਪਹਾੜ ਖੰਭ ਲਾ ਕੇ ਉੱਡ ਸਕਦਾ ਹੈ, ਸਮੁੰਦਰ ਸੁੱਕ ਸਕਦਾ ਹੈ, ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਕਿਹਾ ਹੋਇਆ ਬਚਨ ਝੂਠਾ ਨਹੀਂ ਹੋ ਸਕਦਾ। ਬਾਬਾ ਹੈ ਤਾਂ ਹੈ ਬਕਾਲੇ ਦੇ ਵਿੱਚ ਹੀ, ਪਰ ਮੈਨੂੰ ਲੱਭਾਂ ਕਿਵੇਂ? ਅਗਲਾ ਦਿਨ ਚੜ੍ਹਿਆ, ਮੱਖਣ ਸ਼ਾਹ ਲੁਬਾਣਾ ਆਪਣੇ ਸਿਪਾਹੀਆਂ ਦੇ ਸਮੇਤ ਗੁਰੂ ਤੇਗ ਬਹਾਦਰ ਮਹਾਰਾਜ ਦੇ ਘਰ ਵੱਲ ਆ ਰਿਹਾ ਹੈ। ਬੜਾ ਰੌਲਾ, ਬੜਾ ਸ਼ੋਰ। ਅੰਦਰ ਬੈਠੇ ਨੇ ਚੁੱਪ ਦੇ ਵਿੱਚ ਨੇਤਰ ਬੰਦ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ। ਕੋਲ ਬੈਠੇ ਨੇ ਭਾਈ ਗੜੀਆ ਜੀ। ਹੁਕਮ ਕੀਤਾ ਹਜੂਰ ਨੇ, ਜਾਓ ਦੇਖੋ ਬਾਹਰ ਇੰਨਾ ਸ਼ੋਰ ਕਾਹਦਾ ਹੈ। ਭਾਈ ਸਾਹਿਬ ਨੇ ਦੇਖਿਆ, ਕਹਿਣ ਲੱਗੇ ਸਤਿਗੁਰੂ ਮੱਖਣ ਸ਼ਾਹ ਲੁਬਾਣਾ ਆ ਰਿਹਾ ਹੈ। ਕਹਿੰਦੇ ਇੱਧਰ ਆ ਰਿਹਾ? ਹਾਂ ਹਜੂਰ, ਤੁਹਾਡੇ ਘਰੇ ਵੱਲੇ ਆ ਰਿਹਾ। ਤੇ ਜਾ ਉਹਨੂੰ ਜਾ ਕੇ ਕਹਿ ਜਦੋਂ ਗੁਰੂ ਦੁਆਰੇ ਆਈਏ ਇਸ ਤਰ੍ਹਾਂ ਉੱਚੇ ਹੋ ਕੇ ਨਹੀਂ ਆਈਦਾ। ਉਹਨੂੰ ਕਹਿ ਸ਼ੋਰ ਸ਼ਰਾਬਾ ਬੰਦ ਕਰ, ਜੇ ਆਉਣਾ ਹੀ ਤੇ ਨੀਵਾਂ ਹੋ ਕੇ ਆ। ਭਾਈ ਗੜੀਆ ਜੀ ਤੁਰ ਕੇ ਅੱਗੋਂ ਹੋ ਕੇ ਮਿਲੇ। ਮੱਖਣ ਸ਼ਾਹ ਸੋਚਦਾ ਜਿਸ ਤਰ੍ਹਾਂ ਬਾਕੀਆਂ ਦੇ ਏਜੰਟ ਆਏ, ਇਹ ਵੀ ਸ਼ਾਇਦ ਮੈਨੂੰ ਫਸਲਾਉਣ ਵਾਸਤੇ ਆ ਗਏ ਨੇ ਅੱਗੋਂ, ਇਹ ਵੀ ਕੁਝ ਕਹਿਣਗੇ ਆਪਣੇ ਗੁਰੂ ਬਾਰੇ। ਪਰ ਜਦੋਂ ਭਾਈ ਗੜੀਆ ਨੇ ਜਾ ਕੇ ਸ਼ਬਦ ਕਹੇ, ਮੱਖਣ ਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਹੁਕਮ ਹੈ, ਜੇ ਗੁਰੂ ਦੁਆਰੇ ਆਈਦਾ ਤੇ ਨੀਵੇਂ ਹੋ ਕੇ ਆਈਦਾ।
ਫੌਜਾਂ ਲੈ ਕੇ ਨਹੀਂ ਆਈਦਾ, ਝੋਲੀ ਅੱਡ ਕੇ ਆਈਦਾ। ਇਹਨੇ ਬਚਨ ਸੁਣਦਿਆਂ ਸਾਰ ਪੈਰਾਂ ਤੋਂ ਆਪਣੇ ਆਪ ਜੋੜਾ ਲੈ ਗਿਆ। ਮਨ ਵਿੱਚ ਪ੍ਰਤੀਤ ਆਈ, ਇੱਕ ਯਕੀਨ ਵੱਜਿਆ ਕਿ ਜ਼ਰੂਰ ਕੋਈ ਰਮਜ ਹੋਏਗੀ, ਇੱਥੇ ਹੀ ਸੱਚ ਟਿਕਿਆ ਲੱਗਦਾ ਹੈ। ਪੈਰਾਂ ਤੋਂ ਜੋੜਾ ਉਤਾਰ ਦਿੱਤਾ, ਨੰਗੇ ਪੈਰੀਂ ਚੱਲਿਆ, ਸਿਪਾਹੀਆਂ ਨੂੰ ਉੱਥੇ ਰੋਕ ਦਿੱਤਾ। ਚੱਲਦਾ ਹੋਇਆ ਭਾਈ ਗੜੀਏ ਦੇ ਨਾਲ, ਪਰ ਜਿਵੇਂ ਸਿਆਣੇ ਕਹਿੰਦੇ ਨੇ ਨਾ, ਦੁੱਧ ਦਾ ਸੜਿਆ ਪਾਣੀ ਨੂੰ ਵੀ ਫੂਕਾ ਮਾਰ ਕੇ ਪੀਂਦਾ ਹੈ। ਫਿਰ ਵੀ ਮਨ ਦੇ ਵਿੱਚ ਅਜੇ ਸ਼ੰਕਾ ਹੈ ਵੀ ਜੇ 22 ਝੂਠੇ ਹੋ ਸਕਦੇ ਨੇ, 23 ਦਾ ਕੀ ਭਰੋਸਾ ਹੋ ਸਕਦਾ ਹੈ। ਅੰਦਰ ਆਇਆ, ਜਿਸ ਵਕਤ ਗੁਰੂ ਤੇਗ ਬਹਾਦਰ ਜੀ ਦਾ ਦੀਦਾਰ ਕੀਤਾ, ਸਤਿਗੁਰੂ ਨੇ ਪਲਕਾਂ ਚੁੱਕ ਕੇ ਜਦੋਂ ਨੇਤਰਾਂ ਦੇ ਨਾਲ ਦੇਖਿਆ, ਚੁਫਾਲ ਚਰਨਾਂ ਤੇ ਡਿੱਗ ਪਿਆ। ਬਚਨ ਯਾਦ ਆ ਗਏ, ਕਿਹੜਾ ਝੱਲੇ ਗੁਰੂ ਦੀ ਝਾਲਾ, ਜਿੱਥੇ ਸੱਚ ਟਿਕਿਆ ਪਿਆ ਸੀ। ਉਹੀ ਗੌਰਵਤਾ, ਉਹੀ ਜੋਤ ਲਟ ਲਟ ਕਰਕੇ ਬਲ ਰਹੀ ਸੀ। ਚਰਨਾਂ ਦੇ ਉੱਤੇ ਸੀਸ ਰੱਖ ਕੇ ਨੇਤਰਾਂ ਦੇ ਹੰਝੂ ਗੇਰ ਕਿਰ ਕੇ ਚਰਨ ਧੋ ਦਿੱਤੇ। ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਹੱਥਾਂ ਦੇ ਨਾਲ ਜਦੋਂ ਮੱਖਣ ਸ਼ਾਹ ਦਾ ਸਿਰ ਚੁੱਕਿਆ, ਮਨ ਨੇ ਕਿਹਾ 2 ਮੋਹਰਾਂ ਰੱਖ ਕੇ ਦੇਖ, ਪਰਖ ਲੈ ਚੰਗੀ ਤਰ੍ਹਾਂ। ਜਦੋਂ 2 ਮੋਹਰਾਂ ਰੱਖ ਕੇ ਮੱਥਾ ਟੇਕਿਆ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੱਖਾ ਡੁੱਬਦੀ ਨਾਵ ਤੁਮ, ਯਾਦ ਕਰੋ ਦਿਨ ਜਦੋਂ ਤੇਰਾ ਬੇੜਾ ਡੱਕੋ ਡੋਲੇ ਖਾਂਦਾ ਪਿਆ ਸੀ। ਆ 2 ਮੋਹਰਾਂ ਰੱਖਦਾ ਗੁਰੂ ਦੇ ਨਾਲ ਸ਼ਰਤਾਂ ਲਾ ਕੇ। ਸਿੱਖਾ ਡੁੱਬਦੀ ਨਾਵ ਤੁਮ ਹਮ ਦੀਨੀ ਪਾਰ ਲੰਘਾਏ, ਕੰਧੇ ਘਾਸੀ ਮੋਹੇ ਪਰੀ ਤੁਮ ਰਾਖਿਓ ਧਨ ਚੁਰਾਏ। ਸਾਡੇ ਮੋਢੇ ਵੱਲ ਦੇਖ, ਅਜੇ ਵੀ ਘਾਸੀਆਂ ਪਈਆਂ ਨੇ, ਤੇਰਾ ਬੇੜਾ ਪਾਰ ਲੰਘਾਇਆ ਹੈ। ਤੇ ਅੱਜ 2 ਮੋਹਰਾਂ ਲਾ ਕੇ ਅਰਦਾਸ ਵਿੱਚ ਕਿੰਨੀ ਭੇਟਾ ਕਹੀ ਸੀ, ਗੁਰੂ ਨਾਨਕ ਨੂੰ ਪਰਖਣਾ ਵਾ। ਯਕੀਨ ਵੱਜ ਗਿਆ, ਕੋਈ ਹੋਰ ਨਹੀਂ, ਇਹੀ ਸੱਚਾ ਗੁਰੂ ਹੈ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਐਲਾਨ ਕਰ ਰੱਖਿਆ ਸੀ ਕਿ ਜਿਹੜਾ ਸਾਡੂ ਪ੍ਰਗਟ ਕਰੇਗਾ, ਉਹਦਾ ਮੂੰਹ ਕਾਲਾ ਕੀਤਾ ਜਾਏਗਾ। ਇਹਦੇ ਵਿੱਚ ਬੜੀ ਵੱਡੀ ਰਮਜ ਸੀ। ਯਾਦ ਰੱਖਿਓ, ਸੱਚ ਨੂੰ ਪ੍ਰਗਟ ਕਰਨਾ ਦੁਨੀਆ ਨੂੰ ਦੇ ਸਾਹਮਣੇ ਪਹਿਲਾਂ ਆਪਣਾ ਮੂੰਹ ਕਾਲਾ ਕਰਾਉਣਾ ਪੈਂਦਾ ਹੈ। ਦੁਨੀਆ ਨੂੰ ਬੜੀ ਦੇਰ ਬਾਅਦ ਸਮਝ ਪੈਂਦੀ ਵੀ ਉਹ ਜੋ ਕਹਿ ਗਏ ਸਨ ਉਹੀ ਸੱਚ ਸੀ, ਪਰ ਅਸੀਂ ਸਮਝਦੇ ਨਹੀਂ। ਬੜੇ ਬੜੇ ਗੁਰੂ ਦੇ ਐਸੇ ਸਿੱਖ ਹੋਏ ਨੇ ਜਿਨ੍ਹਾਂ ਨੂੰ ਸਮੇਂ ਨੇ ਦੁਰਕਾਰ ਦਿੱਤਾ। ਅੱਜ ਉਹਨਾਂ ਦੀਆਂ ਗੱਲਾਂ ਯਾਦ ਹੁੰਦੀਆਂ, ਕਾਸ਼ ਉਹ ਸਾਡੇ ਕੋਲ ਹੁੰਦੇ, ਪਰ ਉਦੋਂ ਅਸੀਂ ਉਹਨਾਂ ਨੂੰ ਰਿਸ਼ਵਤਖੋਰ, ਝੂਠੇ ਕਹਿ ਕੇ ਕਈ ਇਲਜ਼ਾਮ ਲਾ ਦਿੱਤੇ। ਮੱਖਣ ਸ਼ਾਹ ਨੇ ਸੀਸ ਚੁੱਕਿਆ ਚਰਨਾਂ ਤੋਂ, ਕਮਰੇ ਚੋਂ ਬਾਹਰ ਆਇਆ, ਗੁਰੂ ਸਾਹਿਬ ਦੇ ਆਪਣੇ ਆਪ ਮੂੰਹ ਤੇ ਕਾਲਖ ਮਲ ਕੇ ਕੋਠੇ ਤੇ ਚੜ ਗਿਆ। ਉੱਚੀ ਉੱਚੀ ਰੌਲਾ ਪਾ ਦਿੱਤਾ, ਗੁਰ ਲਾਧੋ ਰੇ, ਗੁਰ ਲਾਧੋ ਰੇ, ਗੁਰ ਲਾਧੋ ਰੇ। ਗੁਰੂ ਲੱਭ ਪਿਆ, ਬਾਕੀ ਸਾਰੇ ਪਖੰਡੀ ਬੈਠੇ ਨੇ, ਸੱਚਾ ਗੁਰੂ ਇੱਥੇ ਬੈਠਾ ਹੈ। ਚੌਫਾਲ ਸੰਗਤਾਂ ਆਈਆਂ ਨੇ, ਭੇਟਾਵਾਂ ਲਿਆ ਲਾ ਕੇ ਸਾਰਿਆਂ ਨੇ ਨਮਸਕਾਰ ਕੀਤੀ। ਦੀਵਾਨ ਲੱਗਾ ਹੈ, ਸ਼ਾਮ ਦਾ ਸਮਾਂ ਹੋਇਆ, ਨੇਮ ਅਨੁਸਾਰ ਸਤਿਗੁਰੂ ਅੱਜ ਫਿਰ ਸੈਰ ਕਰਨ ਚੱਲੇ ਨੇ। ਘੋੜੀ ਤੇ ਬੈਠੇ ਨੇ। ਜਦੋਂ ਘਰ ਦਾ ਦਰਵਾਜ਼ਾ ਖੋਲ ਕੇ ਬਾਹਰ ਨਿਕਲੇ, ਉਧਰ ਪਿਰਥੀ ਚੰਦ ਨੂੰ ਪਤਾ ਲੱਗ ਪਿਆ ਵੀ ਮੱਖਣ ਸ਼ਾਹ ਨੇ ਗੁਰੂ ਤੇਗ ਬਹਾਦਰ ਨੂੰ ਪ੍ਰਗਟ ਕਰ ਦਿੱਤਾ ਹੈ। ਈਰਖਾ ਦੀ ਅੱਗ ਦੇ ਵਿੱਚ ਸੜਦਾ ਹੋਇਆ ਧੀਰ ਮੱਲ ਸ਼ੀਹੇ ਮਛੰਦ ਦੀ ਚੁੱਕ ਉੱਤੇ ਗੁਰੂ ਤੇਗ ਬਹਾਦਰ ਦਾ ਕਤਲ ਕਰਨ ਲੱਗਾ ਹੈ। ਇੱਧਰ ਸਤਿਗੁਰੂ ਘੋੜੀ ਤੇ ਬੈਠ ਕੇ ਘਰੋਂ ਬਾਹਰ ਨਿਕਲੇ ਨੇ, ਤੇ ਉਧਰ ਸਿੰਘਾਂ ਮਸੰਦ ਸਤਿਗੁਰੂ ਦੇ ਸੀਸ ਦਾ ਨਿਸ਼ਾਨਾ ਲੈ ਕੇ ਗੋਲੀ ਚਲਾਉਂਦਾ ਹੈ। ਬੰਦੂਕ ਦਾ ਖੜਕਾ ਸੁਣ ਕੇ ਘੋੜੀ ਤਰਬਕਦੀ ਏ। ਉਹਦਾ ਕੀਤਾ ਹੋਇਆ ਫੈਰ ਅਜਾਈਂ ਚਲਾ ਜਾਂਦਾ ਹੈ, ਸਰੀਰ ਨੂੰ ਨੁਕਸਾਨ ਕੋਈ ਨਹੀਂ। ਹਜੂਰ ਵਾਪਸ ਆਉਂਦੇ ਨੇ ਆਪਣੇ ਘਰ, ਆ ਕੇ ਚੁਬਾਰੇ ਤੇ ਖਲੋ ਕੇ ਦੇਖਦੇ ਨੇ। ਮਹਾਰਾਜ ਨੇ ਦੇਖਿਆ ਧੀਰ ਮੱਲ ਕੋਲ ਖੜਾ ਹੈ, ਸ਼ੀਹੇ ਦੇ ਹੱਥ ਦੇ ਵਿੱਚ ਰਫਲ ਹੈ, ਬੰਦੂਕ ਹੈ। ਫਿਰ ਦੇਖਿਆ ਮਹਾਰਾਜ ਦੇ ਸਰੀਰ ਨੂੰ ਦੇਖ ਕੇ ਦੂਸਰਾ ਫੈਰ ਕੀਤਾ ਹੈ, ਦੂਜੀ ਵਾਰੀ ਨਿਸ਼ਾਨਾ ਬਣਾਇਆ ਹੈ। ਇੰਨੇ ਚਿਰ ਨੂੰ ਮਾਤਾ ਨਾਨਕੀ ਨੇ ਚੁਬਾਰੇ ਤੇ ਚੜ ਕੇ ਗੁਰੂ ਤੇਗ ਬਹਾਦਰ ਜੀ ਨੂੰ ਢੱਕ ਲਿਆ, ਕੇ ਖਲੋ ਗਏ ਸੀਨਾ ਤਾਣ ਕੇ। ਸ਼ਬਦ ਕਹੇ ਤੈਨੂੰ ਸ਼ਰਮ ਆਉਣੀ ਚਾਹੀਦੀ, ਤੇਰੇ ਰਿਸ਼ਤੇ ਦੇ ਕਰਕੇ ਵੀ ਉਹ ਵੱਡੇ ਨੇ, ਤੇਰੇ ਚਾਚਾ ਲੱਗਦੇ ਨੇ।
ਅੱਜ ਤੂੰ ਈਰਖਾ ਦੀ ਅੱਗ ਵਿੱਚ ਸੜਦਾ ਹੋਇਆ ਆਪਣੇ ਚਾਚੇ ਦਾ ਕਾਤਲ ਬਣ ਗਿਆ। ਕੀ ਤੂੰ ਲੋਚਦਾ ਇਹਨਾਂ ਕੋਲੋਂ? ਇਹਨਾਂ ਤੇ ਕਦੀ ਕਿਸੇ ਦਾ ਮੰਦਾ ਵੀ ਨਹੀਂ ਕੀਤਾ, ਘਰ ਦੇ ਵਿੱਚ ਰਹਿੰਦੇ ਨੇ, ਆਪਣੀ ਕਿਰਤ ਕਰਕੇ ਪਰਿਵਾਰ ਨੂੰ ਪਾਲਦੇ ਪਏ ਨੇ, ਤੂੰ ਇਹਨਾਂ ਦੀ ਜਾਨ ਦਾ ਕਿਉਂ ਦੁਸ਼ਮਣ ਬਣ ਗਿਆ? ਪਰ ਤੱਕੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਦਰ ਨੂੰ, ਕ੍ਰੋਧ ਵਿੱਚ ਨਹੀਂ ਆਏ। ਬਚਨ ਕਹਿੰਦੇ ਨੇ, ਭਲੇ ਧੀਰ ਮਲ ਭਲੇ, ਭਲੇ ਧੀਰ ਮਲ ਭਲੇ ਜੀ, ਭਲੇ ਧੀਰ ਮਲ ਭਲੇ, ਬਹੁਰ ਬਾਰ ਸਤਿਗੁਰੂ ਕਹਿਓ ਸ੍ਰੀ ਗੁਰੂ ਗੁਣੀ ਗਹੀਰ। ਬਾਰ ਬਾਰ ਕਿਹਾ ਧੀਰ ਮਲ, ਰੱਬ ਤੇਰਾ ਭਲਾ ਕਰੇ। ਧੀਰ ਮਲ, ਰੱਬ ਤੇਰੇ ਅੰਦਰ ਦੀ ਮੱਚਦੀ ਹੋਈ ਤ੍ਰਿਸ਼ਨਾ ਦੀ ਅੱਗ ਨੂੰ ਸ਼ਾਂਤ ਰੱਖੇ। ਧੀਰ ਮਲ, ਰੱਬ ਤੇਰੇ ਤੇ ਕਿਰਪਾ ਕਰੇ, ਤੈਨੂੰ ਨਾਮ ਦਾ ਸਵਾਦ ਆ ਜਾਏ, ਅੰਦਰ ਕ੍ਰੋਧ ਨਹੀਂ, ਕੋਈ ਸਰਾਪ ਨਹੀਂ। ਧੀਰ ਮਲ ਨੇ ਅਤ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਾਰਾ ਘਰ ਲੁੱਟਿਆ। ਜੋ ਸੰਗਤਾਂ ਨੇ ਭੇਟਾਵਾਂ ਰੱਖੀਆਂ ਸਨ ਸਾਰੀਆਂ ਚੁੱਕ ਕੇ ਲੈ ਗਿਆ। ਇਹ ਉਹੀ ਧੀਰ ਮਲ ਹੈ ਜਿਹਨੂੰ ਦੇਖ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਜਨਮ ਸਮੇਂ ਬਚਨ ਕਹਿਤੇ ਸਨ। ਕਹਿਣ ਲੱਗੇ ਤਾਂ ਤਾਇਆ ਜੀ ਫਿਰ ਆ ਗਏ ਨੇ। ਤਾਏ ਦਾ ਅਰਥ ਸੀ ਪਿਰਥੀ ਚੰਦ, ਜਿਹੜਾ ਸਾਰੀ ਜ਼ਿੰਦਗੀ ਗੁਰੂ ਅਰਜਨ ਸਾਹਿਬ ਨੂੰ ਤਪਾਉਣ ਦਾ ਯਤਨ ਕਰਦਾ ਰਿਹਾ। ਧੀਰ ਮਲ ਦੇ ਜਨਮ ਸਮੇਂ ਬਾਬਾ ਜੀ ਕਹਿਣ ਲੱਗੇ ਤਾਇਆ ਜੀ ਫਿਰ ਵਾਪਸ ਆ ਗਏ ਨੇ, ਚੰਗਾ ਨਹੀਂ ਹੋਇਆ। ਫਿਰ ਗੁਰੂ ਘਰ ਦੇ ਨਾਲ ਇਹਨੇ ਮੱਥਾ ਲਾਇਆ। ਅਗਲੇ ਜਨਮ ਦੇ ਵਿੱਚ ਸਾਰਾ ਕੁਝ ਲੁੱਟ ਕੇ ਆਪਣੇ ਡੇਰੇ ਲੈ ਗਿਆ। ਉਧਰ ਮੱਖਣ ਸ਼ਾਹ ਲਬਾਣੇ ਨੂੰ ਜਦੋਂ ਪਤਾ ਲੱਗਾ ਵੀ ਗੁਰੂ ਦੇ ਉੱਤੇ ਹਮਲਾ ਕੀਤਾ ਤੇ ਸਿੱਖ ਦੇ ਅੰਦਰ ਦੀ ਇਹ ਭਾਵਨਾ ਹੈ, ਸਾਹਿਬ ਸੰਕਟ ਵੈ ਸੇਵਕ ਭਜੇ। ਸਾਹਿਬ ਦੇ ਉੱਤੇ ਸੰਕਟ ਆਇਆ ਹੋਵੇ ਤੇ ਸੇਵਕ ਭੱਜ ਜਾਏ, ਕਿਵੇਂ ਹੋ ਸਕਦਾ ਹੈ? ਜੋੜਾ ਨਹੀਂ ਪਾਇਆ, ਵਾਹੋ ਦਾਹੀ ਭੱਜਦਾ ਹੋਇਆ ਮੱਖਣ ਸ਼ਾਹ ਲਬਾਣਾ ਸਿੱਧਾ ਗੁਰੂ ਤੇਗ ਬਹਾਦਰ ਦੇ ਕੋਲ ਆਇਆ ਹੈ। ਦੇਖ ਕੇ ਲਾਲੋ ਲਾਲ ਹੋਇਆ, ਸਿਪਾਹੀਆਂ ਨੂੰ ਨਾਲ ਜਾ ਕੇ ਧੀਰ ਮਲ ਦੀਆਂ ਮੁਸ਼ਕਾਂ ਬੰਨੀਆਂ ਨੇ, ਬਾਹਾਂ ਬੰਨ ਕੇ ਕੈਦ ਕਰਕੇ ਸੀਹੇ ਮਸੰਦ ਨੂੰ ਸਾਰਾ ਡੇਰੇ ਦਾ ਸਮਾਨ ਇਕੱਠਾ ਕਰਕੇ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਆ ਗਿਆ। ਕਿਆ ਸਤਿਗੁਰੂ ਇਹ ਦੋਸ਼ੀ ਨੇ, ਇਹਨਾਂ ਤੁਹਾਡੇ ਤੇ ਹਮਲਾ ਕੀਤਾ, ਤੁਹਾਡਾ ਘਰ-ਬਾਰ ਲੁੱਟਿਆ ਹੈ। ਯਾਦ ਰੱਖੋ ਮੈਂ ਧੀਰ ਮਲ ਦਾ ਵੀ ਕੁਝ ਨਹੀਂ ਰਹਿਣ ਦਿਆਂਗਾ। ਇਤਿਹਾਸ ਕਹਿੰਦਾ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਉਸ ਸਮੇਂ ਧੀਰ ਮਲ ਕੋਲ ਸੀ, ਉਹ ਵੀ ਮੱਖਣ ਸ਼ਾਹ ਲੁਬਾਣਾ ਚੁੱਕ ਕੇ ਗੁਰੂ ਤੇਗ ਬਹਾਦਰ ਜੀ ਦੇ ਘਰ ਵਿੱਚ ਲੈ ਆਇਆ। ਜਦੋਂ ਸਾਰੀ ਦੌਲਤ ਲਿਆ ਕੇ ਢੇਰ ਕੀਤੀ, ਹਜੂਰ ਮੁਸਕਰਾ ਕੇ ਕਹਿਣ ਲੱਗੇ ਮੱਖਣ ਸ਼ਾਹ ਇਹਦੇ ਤਾਂ ਸਾਰੇ ਪਵਾੜੇ ਪਾਏ ਹੋਏ ਨੇ, ਇਸੇ ਮਾਇਆ ਦੀ ਖਾਤਰ ਤੇ ਉਹਨੇ ਸਾਡੇ ਤੇ ਵਾਰ ਕੀਤਾ, ਤੂੰ ਫਿਰ ਮਾਇਆ ਚੁੱਕ ਕੇ ਇੱਥੇ ਲੈ ਗਿਆ। ਸਾਨੂੰ ਇਸ ਮਾਇਆ ਦੀ ਲੋੜ ਨਹੀਂ ਮਾਈ, ਮੈਂ ਪਾਇਓ ਧਨ ਹਰ ਨਾਮ, ਮੈਨੂੰ ਤਾਂ ਉਹਦੇ ਨਾਮ ਦਾ ਧਨ ਮਿਲ ਗਿਆ। ਕਿਹੜਾ ਧਨ? ਇਹੋ ਧਨ ਅਖੁੱਟ ਨਾ ਨਿਖੁੱਟੈ, ਨਾ ਜਾਏ ਪੂਰੇ ਸਤਿਗੁਰ ਦੀਆ ਦਿਖਾਏ। ਸਾਨੂੰ ਹੁਣ ਇਹਨਾਂ ਦੀਆਂ ਚੰਦ ਮੋਹਰਾਂ ਦੀ ਲੋੜ ਨਹੀਂ। ਮਾਤਾ ਜੀ ਮੈਨੂੰ ਤਾਂ ਉਹ ਪਰਮੇਸ਼ਰ ਨੇ ਧਨ ਦੇ ਦਿੱਤਾ ਹੈ, ਜਲ ਨਹੀਂ ਡੂਬੈ ਤਸ ਕਰ ਨਹੀਂ ਲੇਵੈ, ਭਾਹੇ ਨਾ ਸਾਕੇ ਜਾਲੇ, ਗੁਰ ਕਾ ਬਚਨ ਬਸੇ ਜੀ ਨਾਲੇ। ਉਹ ਤਾਂ ਮੇਰੇ ਅੰਦਰ ਟਿਕਿਆ, ਧੀਰ ਮਲ ਖੋ ਹੀ ਨਹੀਂ ਸਕਦਾ ਮੇਰੇ ਕੋਲੋਂ। ਹਜੂਰ ਨੇ ਕਿਹਾ ਇਹਨੂੰ ਖਿਮਾ ਕਰ ਦੇ, ਮੱਖਣ ਸ਼ਾਹ ਇਹਨੂੰ ਖਿਮਾ ਕਰ ਦੇ। ਪਰ ਸਿੱਖ ਵੀ ਜਲਾਲ ਵਿੱਚ ਆਇਆ ਹੋਇਆ ਸੀ, ਇਹਨੇ ਮੇਰੇ ਗੁਰੂ ਦਾ ਨਿਰਾਦਰ ਕੀਤਾ ਹੈ। ਤੇ ਸਾਰ ਕੁਤਾਵਲੀ ਦਾ ਇੱਕ ਬਚਨ ਆਉਂਦਾ ਹੈ, ਉਹ ਬਚਨ ਕਹਿੰਦਾ ਹੈ ਕਿ ਉਪਜੈ ਧਰਮ ਵਾਕ ਸਤ ਕਰ ਅਤ। ਧਰਮ ਕਿਹਦੇ ਅੰਦਰ ਪੈਦਾ ਹੁੰਦਾ? ਜਿਹੜਾ ਜੀਵਨ ਦੇ ਵਿੱਚ ਸੱਚ ਬੋਲਦਾ, ਝੂਠ ਨੂੰ ਥਾਂ ਨਹੀਂ ਦਿੰਦਾ। ਦੇਖਿਓ ਜੋ ਗੁਰੂ ਦੇ ਅੰਦਰ ਦੀ ਦਿਲਗੀਰੀ ਹੈ। ਉਪਜੈ ਧਰਮ ਵਾਕ ਸਤ ਕਰ ਅਤ, ਦਇਆ ਦਾਨ ਕਰ ਧਰਮ ਵਧੇ ਨਿਤ। ਸੱਚ ਬੋਲਿਆ ਧਰਮ ਦਾ ਜਨਮ ਹੁੰਦਾ ਹੈ ਤੇ ਦਇਆ ਦਾ ਗੁਣ ਧਾਰਨ ਕਰਨ ਦੇ ਨਾਲ ਧਰਮ ਵੱਧਦਾ ਹੈ, ਘਟਦਾ ਨਹੀਂ। ਦਇਆ ਬੜਾ ਵੱਡਾ ਗੁਣ ਹੈ। ਧੌਲ ਧਰਮ ਦਇਆ ਕਾ ਪੂਤ, ਦਇਆ ਦਾਨ ਕਰ ਧਰਮ ਵਧੇ ਨਿਤ ਵੱਧਦਾ ਹੈ। ਇਸ ਸਥਿਤ ਧਰਮ ਖਿਮਾ ਕੇ ਸੰਗਾ, ਕਿਸੇ ਨੂੰ ਖਿਮਾ ਕਰ ਦੇਣਾ, ਇਹਦੇ ਨਾਲ ਧਰਮ ਸਦਾ ਲਈ ਅੰਦਰ ਟਿਕ ਜਾਂਦਾ ਹੈ। ਸੱਚ ਬੋਲਣ ਨਾਲ ਧਰਮ ਪੈਦਾ ਹੁੰਦਾ ਹੈ, ਦਇਆ ਕਰਨ ਦੇ ਨਾਲ ਧਰਮ ਵਿੱਚ ਵਾਧਾ ਹੁੰਦਾ ਹੈ, ਖਿਮਾ ਕਰਨ ਦੇ ਨਾਲ ਧਰਮ ਅੰਦਰ ਟਿਕਦਾ ਹੈ।
ਧਰਮ ਕ੍ਰੋਧ ਕਰ ਹੋਤ ਵਿਭੰਗਾ। ਤੇ ਜੇ ਕਿਧਰੇ ਕ੍ਰੋਧ ਆ ਜਾਏ ਸਾਰਾ ਕੀਤਾ ਕਰਾਇਆ ਅੰਦਰੋਂ ਨਿਕਲ ਜਾਂਦਾ ਹੈ। ਕ੍ਰੋਧ ਇੱਕ ਐਸੀ ਲਾ ਇਲਾਜ ਬਿਮਾਰੀ ਹੈ। ਹਜੂਰ ਨੇ ਕ੍ਰੋਧ ਨਹੀਂ ਕੀਤਾ, ਕਿਹਾ ਮੱਖਣ ਸ਼ਾਹ ਨੂੰ ਖਿਮਾ ਕਰਦੇ ਤੇ ਵਸ ਦੀ ਗੱਲ ਨਹੀਂ। ਤ੍ਰਿਸ਼ਨਾ ਇਹਦੇ ਅੰਦਰ ਦੀ ਸੀਮਾ ਤੋਂ ਵੱਧ ਚੁੱਕੀ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਹੁਣ ਆਪਣੇ ਘਰ ਦੇ ਵਿੱਚ ਟਿਕੇ ਨੇ। ਸਿੱਖ ਸੰਗਤਾਂ ਨੂੰ ਨਾਲ ਲੈ ਕੇ ਫਿਰ ਇਥੋਂ ਪ੍ਰਚਾਰਕ ਦੌਰੇ ਆਰੰਭ ਕਰਦੇ ਨੇ। ਸਭ ਤੋਂ ਪਹਿਲਾਂ ਆਪਣੇ ਪੜਦਾਦਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਦਾ ਦਰਸ਼ਨ ਕਰਦੇ ਨੇ। ਤੇ ਇੱਥੇ ਪਿਰਥੀਏ ਦੀ ਕੁੱਲ ਵਿੱਚੋਂ ਹਰ ਜੀ ਦਾ ਪ੍ਰਬੰਧ ਹੈ। ਸਤਿਗੁਰੂ ਦੇਖ ਕੇ ਕਵਾੜ ਬੰਦ ਕਰ ਲੈਂਦਾ ਹੈ। ਮਹਾਰਾਜ ਇਸ਼ਨਾਨ ਤਾਂ ਕਰਦੇ ਨੇ ਸਰੋਵਰ ਵਿੱਚ, ਪਰ ਅੰਦਰ ਨਹੀਂ ਜਾ ਸਕੇ ਮੱਥਾ ਟੇਕਣ। ਜਿੱਥੇ ਗੁਰਦੁਆਰਾ ਥੜਾ ਸਾਹਿਬ ਬਣਿਆ, ਇਸ ਥਾਂ ਤੇ ਸਤਿਗੁਰੂ ਸੰਗਤਾਂ ਸਮੇਤ ਬੈਠ ਕੇ ਕੁਝ ਸਮਾਂ ਕੀਰਤਨ ਕਰਕੇ ਵਾਪਸ ਚਲੇ ਗਏ। ਤੇ ਜਾਂਦਿਆਂ ਹੋਇਆਂ ਸ਼ਬਦ ਕਹਿ ਗਏ, ਨਹਿ ਮਸੰਦ ਤੁਮ ਅੰਬਰ ਸਰੀਏ, ਤ੍ਰਿਸ਼ਨਾ ਕਰਤੇ ਅੰਦਰ ਸੜੀਏ। ਇਹੋ ਜਿਹੇ ਮਸੰਦ ਨਹੀਂ ਹੁੰਦੇ ਅੰਮ੍ਰਿਤਸਰ ਦੇ, ਤੁਹਾਡੇ ਅੰਦਰ ਤੇ ਤ੍ਰਿਸ਼ਨਾ ਦੀ ਅੱਗ ਲੱਗੀ। ਅੰਮ੍ਰਿਤਸਰ ਦੇ ਵਾਸੀ ਤਾਂ ਉਹ ਜਿਨ੍ਹਾਂ ਵਿੱਚ ਅੰਮ੍ਰਿਤ ਵਸਦਾ ਹੈ। ਤੁਸੀਂ ਮਸੰਦ ਖਵਾਉਣ ਦੇ ਹੱਕਦਾਰ ਨਹੀਂ ਅੰਮ੍ਰਿਤਸਰ ਦੇ, ਤੁਹਾਡੇ ਅੰਦਰ ਤੇ ਤ੍ਰਿਸ਼ਨਾ ਦੀ ਅੱਗ ਲੱਗੀ ਹੈ। ਸੰਗਤਾਂ ਹਜੂਰ ਨੂੰ ਪਿੰਡ ਵੱਲੇ ਲੈ ਗਈਆਂ, ਜਿਹਨੂੰ ਫਿਰ ਸਤਿਗੁਰਾਂ ਨੇ ਬਖਸ਼ਿਸ਼ਾਂ ਨਾਲ ਨਵਾਜਿਆ। ਵੱਲਾ ਗੁਰੂ ਕਾ ਗੱਲਾ। ਇੰਨਾ ਖੁਸ਼ ਹੋਏ ਸਤਿਗੁਰੂ ਉਹਨਾਂ ਸੰਗਤਾਂ ਤੇ। ਇੱਥੋਂ ਫਿਰ ਸਤਿਗੁਰੂ ਆਪਣੀਆਂ ਸੰਗਤਾਂ ਦੇ ਨਾਲ ਤਰਨਤਾਰ ਸਾਹਿਬ ਹੁੰਦਿਆਂ ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਲੱਖੀ ਜੰਗਲ ਤੋਂ ਦਮਦਮਾ ਸਾਹਿਬ ਹੋ ਕੇ ਕੀਰਤਪੁਰ ਸਾਹਿਬ ਆ ਕੇ ਟਿਕੇ ਨੇ। ਇੱਥੇ ਮਹਾਰਾਜ ਨੂੰ ਸੁਨੇਹਾ ਆਉਂਦਾ ਹੈ ਕਿ ਜਿਹੜਾ ਰਾਜਾ ਤਾਰਾ ਚੰਦ ਹੈ, ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਇਆ ਸੀ, ਉਹਨਾਂ 52 ਰਾਜਿਆਂ ਚੋਂ ਬਿਲਾਸਪੁਰ ਰਿਆਸਤ ਦਾ ਰਾਜਾ ਸੀ ਇਹ ਤਾਰਾ ਚੰਦ। ਤਾਰਾ ਚੰਦ ਦਾ ਪੁੱਤਰ ਸੀ ਦੀਪ ਚੰਦ। ਤੇ ਦੀਪ ਚੰਦ ਦੀ ਮੌਤ ਹੋ ਗਈ ਸੀ ਤੇ ਇਹਦੀ ਘਰਵਾਲੀ ਨੂੰ ਪਤਾ ਲੱਗਾ ਗੁਰੂ ਤੇਗ ਬਹਾਦਰ ਮਹਾਰਾਜ ਇੱਥੇ ਆਏ ਹੋਏ ਨੇ। ਆਪਣੇ ਘਰ ਸੱਦਿਆ, ਸੱਦ ਕੇ ਚਰਨ ਪਰਸ ਕੇ ਕਿਹਾ, ਸਤਿਗੁਰੂ ਕਿਰਪਾ ਕਰੋ, ਮੈਂ ਚਾਹੁੰਦੀ ਮੇਰੇ ਲਾਗੇ ਤੁਹਾਡੇ ਨਾਮ ਦੇ ਭੰਡਾਰੇ ਖੁੱਲ ਜਾਣ। ਇੱਕ ਸਾਡੇ ਕੋਲ ਬਹੁਤ ਜਗ੍ਹਾ ਹੈ, ਤੁਸੀਂ ਇੱਥੇ ਇੱਕ ਨਗਰ ਵਸਾ ਦਿਓ ਆਪਣੇ ਨਾਮ ਦਾ। ਹਜੂਰ ਸੱਚੇ ਪਾਤਸ਼ਾਹ ਆਉਣ ਵਾਲੇ ਹਾਲਾਤਾਂ ਨੂੰ ਤਾੜਦਿਆਂ ਜਗ੍ਹਾ ਨੂੰ ਦੇਖ ਕੇ, ਜਿਹੜਾ ਮਾਖੋਵਾਲ ਦਾ ਇਲਾਕਾ ਹੈ, ਇਸ ਧਰਤੀ ਨੂੰ ਭੇਟਾ ਵਜੋਂ ਨਹੀਂ ਪੈਸੇ ਦੇ ਕੇ 500 ਰੁਪਏ ਵਿੱਚ ਇਹ ਧਰਤੀ ਖਰੀਦੀ ਸੀ ਆਨੰਦਪੁਰ ਸਾਹਿਬ ਵਾਲੀ। ਇਹਦਾ ਪਟਾ ਲਿਖਾਇਆ ਗਿਆ। ਇਸ ਧਰਤੀ ਤੇ ਫਿਰ ਸਤਿਗੁਰਾਂ ਨੇ ਨਗਰ ਵਸਾਉਣਾ ਆਰੰਭ ਕੀਤਾ। ਅਜੇ ਕੁਝ ਹੀ ਮਕਾਨ ਉਸਰੇ ਸਨ ਜਦੋਂ ਹਾਲਾਤ ਵਿਗੜਦੇ ਨਜ਼ਰ ਆਏ। ਦੇਖਿਆ ਹਿੰਦੂਆਂ ਦੇ ਉੱਤੇ ਕਿਵੇਂ ਇਸਲਾਮ ਦਾ ਕਹਿਰ ਢਹਿ ਰਿਹਾ ਸੀ। ਧੀਰਜ ਦੇਣ ਵਾਸਤੇ, ਉਹਨਾਂ ਦੀ ਪੱਤ ਢੱਕਣ ਵਾਸਤੇ ਫਿਰ ਸਤਿਗੁਰਾਂ ਨੇ ਪੂਰਬ ਦਾ ਦੌਰਾ ਸ਼ੁਰੂ ਕੀਤਾ। ਇਥੋਂ ਸਤਿਗੁਰੂ ਜੀ ਬਨਾਰਸ, ਮਥੁਰਾ, ਕਾਂਚੀ ਹੁੰਦਿਆਂ ਪਟਨਾ ਸਾਹਿਬ ਦੀ ਧਰਤੀ ਤੋਂ ਲੰਘਦਿਆਂ ਸਤਿਗੁਰੂ ਆਸਾਮ, ਢਾਕੇ ਦਾ ਦੌਰਾ ਕਰਦੇ ਨੇ। ਯਾਦ ਰੱਖਿਓ, ਇਹਨਾਂ ਦਿਨਾਂ ਦੇ ਵਿੱਚ ਸਤਿਗੁਰਾਂ ਨੇ ਜਾ ਕੇ ਥਾਂ ਥਾਂ ਤੇ ਮੰਦਰਾਂ ਵਿੱਚ ਪੁਜਾਰੀਆਂ ਨੂੰ ਧਰਵਾਸ ਦਿੱਤਾ ਵੀ ਕਾਇਮ ਹੋ, ਦਿਲ ਨਾ ਛੱਡੋ, ਅਸੀਂ ਤੁਹਾਡੇ ਨਾਲ ਹਾਂ, ਜ਼ਾਲਮ ਦਾ, ਜ਼ੁਲਮ ਦਾ ਡਟ ਕੇ ਮੁਕਾਬਲਾ ਕਰਾਂਗੇ। ਧੀਰਜ ਕਿਉਂ ਛੱਡਦੇ ਪਏ ਹੋ, ਕੁਛ ਨਹੀਂ ਹੋਏਗਾ ਤੁਹਾਨੂੰ। ਥਾਂ ਥਾਂ ਤੇ ਜਾ ਕੇ ਸਤਿਗੁਰਾਂ ਨੇ ਧਰਵਾਸ ਦਿੱਤੀ। ਤੇ ਆਸਾਮ ਦਾ ਰਾਜਾ ਰਾਮ ਰਾਏ, ਜਿਹੜਾ ਦਿੱਲੀ ਦਰਬਾਰ ਦੇ ਨਾਲ ਜੰਗ ਵਿੱਚ ਰੁੱਝਾ ਸੀ, ਸਮਝੌਤਾ ਕਰਾਉਣ ਤੋਂ ਬਾਅਦ ਸਤਿਗੁਰੂ ਦੀ ਸ਼ਰਨ ਵਿੱਚ ਆਏ। ਦੇ ਘਰ ਵਿੱਚ ਪੁੱਤਰ ਕੋਈ ਨਹੀਂ ਸੀ। ਅਰਦਾਸ ਕੀਤੀ, ਸਤਿਗੁਰੂ ਕਿਰਪਾ ਕਰੋ। ਇਹਨਾਂ ਦਿਨਾਂ ਵਿੱਚ ਕਿਸੇ ਸਿੱਖ ਵੱਲੋਂ ਸਤਿਗੁਰੂ ਨੇ ਇੱਕ ਮੁੰਦਰੀ ਭੇਟ ਕੀਤੀ, ਜਿਹਦੇ ਉੱਤੇ ਇੱਕ ਓੰਕਾਰ ਦਾ ਨਿਸ਼ਾਨ ਵਗਿਆ ਸੀ। ਮਹਾਰਾਜ ਨੇ ਮੁਸਕਰਾਉਂਦਿਆਂ ਹੋਇਆ ਮੁੰਦਰੀ ਰਾਮ ਰਾਏ ਦੇ ਮੱਥੇ ਤੇ ਲਾ ਕੇ ਕਹਿਣ ਲੱਗੇ, ਤੇਰੇ ਘਰ ਵਿੱਚ ਵੀ ਇੱਕ ਪੁੱਤਰ ਆਏਗਾ। ਗੁਰੂ ਨਾਨਕ ਦੇ ਦਰਬਾਰ ਵਿੱਚ ਕੋਈ ਕਮੀ ਨਹੀਂ, ਪਰ ਯਾਦ ਰੱਖੀ ਉਹਦੇ ਮੱਥੇ ਉੱਤੇ ਇੱਕ ਓੰਕਾਰ ਦਾ ਨਿਸ਼ਾਨ ਹੋਏਗਾ। ਇਹ ਉਹੀ ਪੁੱਤਰ ਸੀ ਰਤਨ ਰਾਏ, ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਸਾਹਿਬ ਮਿਲਣ ਵਾਸਤੇ ਆਇਆ ਸੀ, ਜਿਹੜਾ ਪ੍ਰਸ਼ਾਦੀ ਹਾਥੀ ਚੌਰ ਕਰਦਾ ਸੀ ਹਜੂਰ ਦੇ ਚਰਨਾਂ ਤੇ, ਸਤਿਗੁਰੂ ਦੇ ਸੀਸ ਤੇ ਚੌਰ ਕਰਦਾ ਸੀ, ਚਰਨ ਧੋਂਦਾ ਹੁੰਦਾ ਸੀ, ਪੱਖਾ ਝੱਲਦਾ ਸੀ। ਇਹ ਪ੍ਰਸ਼ਾਦੀ ਹਾਥੀ ਉਸ ਰਤਨ ਰਾਏ ਨੇ ਭੇਟ ਕੀਤਾ ਸੀ।
ਇੱਕ ਇਹਨੇ 5 ਕਲਾ ਸ਼ਾਸਤਰ ਚੰਦਨ ਦੀ ਪੀੜੀ ਸਤਿਗੁਰਾਂ ਨੂੰ ਭੇਟ ਕੀਤੀ। ਇਨਾ ਗੁਰੂ ਦੇ ਚਰਨਾਂ ਦਾ ਭਵਰਾ ਬਣ ਗਿਆ ਤੇ ਹਰ ਵਕਤ ਗੁਰੂ ਦੀ ਯਾਦ ਵਿੱਚ ਜੁੜੇ ਰਹਿਣਾ। ਅਖੀਰਲਾ ਸਵਾਸ ਵੀ ਇਹਨੇ ਸਤਿਗੁਰੂ ਦੀ ਯਾਦ ਵਿੱਚ ਹੀ ਅਰਪਣ ਕਰ ਦਿੱਤਾ। ਉਸ ਅਸਾਮ ਦੇ ਦੌਰੇ ਤੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਅੱਜ ਜਦੋਂ ਪਟਨਾ ਸਾਹਿਬ ਦੀ ਧਰਤੀ ਤੇ ਆਏ ਤੇ ਪੁੱਤਰ ਦੇ ਜਨਮ ਨੂੰ ਅੱਜ 5 ਸਾਲ ਬਤੀਤ ਹੋ ਗਏ ਨੇ। 5 ਸਾਲਾਂ ਤੋਂ ਬਾਅਦ ਪਹਿਲੀ ਵਾਰੀ ਆਪਣੇ ਪੁੱਤਰ ਦਾ ਮੁਖ ਦੇਖਿਆ, ਸੀਨੇ ਨਾਲ ਲਾਇਆ ਤੇ ਸੰਗਤਾਂ ਨੂੰ ਧਰਵਾਸ ਦੇ ਕੇ ਜੋ ਔਰੰਗਜ਼ੇਬ ਦੇ ਜ਼ੁਲਮ ਤੋਂ ਤਰਾਹ ਕਰਦੇ ਪਏ ਸਨ, ਹਜੂਰ ਨੇ ਪੰਜਾਬ ਦੇ ਹਾਲਾਤਾਂ ਨੂੰ ਤੱਕਦਿਆਂ ਪਟਨੇ ਤੋਂ ਫਿਰ ਆਨੰਦਪੁਰ ਸਾਹਿਬ ਆ ਗਏ। ਇਸ ਆਨੰਦਪੁਰ ਸਾਹਿਬ ਆ ਕੇ ਭਵਿੱਖ ਦੀ ਵਿਉਂਤਬੰਦੀ ਕੀਤੀ ਔਰ ਪਰਿਵਾਰ ਨੂੰ ਸੁਨੇਹਾ ਭੇਜਿਆ, ਚਿੱਠੀ ਪੱਤਰ ਦੇ ਰਾਹੀਂ ਕਿਹਾ ਹੁਣ ਆਨੰਦਪੁਰ ਸਾਹਿਬ ਉਸਾਰਿਆ ਜਾ ਚੁੱਕਾ ਹੈ, ਜਿਹਦਾ ਨਾਮ ਚੱਕ ਨਾਨਕੀ ਸੀ। ਪਰਿਵਾਰ ਨੂੰ ਮੰਗਾਇਆ। ਜਦੋਂ ਪਰਿਵਾਰ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਇਆ, ਇਤਿਹਾਸ ਕਹਿੰਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਸਿੱਖਾਂ ਦੇ ਸਮੇਤ ਆਪਣੇ ਪੁੱਤਰ ਬਾਲ ਗੋਬਿੰਦ ਰਾਏ ਨੂੰ ਲੈਣ ਵਾਸਤੇ ਕੀਰਤਪੁਰ ਸਾਹਿਬ ਆਏ। ਇੱਥੇ ਆਨੰਦ ਸਾਹਿਬ ਦਾ ਪਾਠ ਕੀਤਾ ਗਿਆ। ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਅਰਦਾਸ ਕੀਤੀ ਤੇ ਇੰਨਾ ਆਨੰਦ ਵੱਜਾ। ਉਸੇ ਦਿਨ ਤੋਂ ਇਸ ਚੱਕ ਨਾਨਕੀ ਦਾ ਨਾਮ ਦੇ ਪਿੰਡ ਦਾ ਨਾਮ ਰੱਖਿਆ ਗਿਆ ਆਨੰਦਪੁਰ ਸਾਹਿਬ। ਹਜੂਰ ਪਰਿਵਾਰ ਦੇ ਸਮੇਤ ਆਨੰਦਪੁਰ ਸਾਹਿਬ ਆ ਕੇ ਟਿਕਦੇ ਨੇ। ਇੱਥੋਂ ਫਿਰ ਸਤਿਗੁਰੂ ਸਿੱਖੀ ਦਾ ਪ੍ਰਚਾਰ ਕਰਦੇ ਨੇ। ਦੂਰ ਦਰਾਂਡਿਆਂ ਦੀਆਂ ਸੰਗਤਾਂ ਹਜੂਰ ਦੇ ਦਰਸ਼ਨ ਕਰਨ ਆਉਂਦੀਆਂ ਨੇ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਇੱਕੋ ਇੱਕ ਐਸੀ ਸ਼ਖਸੀਅਤ ਨੇ ਜਿਹੜੀ ਏਸ਼ੀਆ ਦੀ ਹਕੂਮਤ ਦੇ ਸਾਹਮਣੇ ਸਿਰ ਉੱਚਾ ਕਰਕੇ ਤੁਰਦੀ ਹੈ, ਜਿਹਨੂੰ ਕਿਧਰੇ ਵੀ ਥਾਂ ਨਹੀਂ ਮਿਲਦੀ, ਕਿਧਰੇ ਵੀ ਆਸਰਾ ਨਹੀਂ ਮਿਲਦਾ। ਜ਼ੁਲਮ ਦਾ ਸਤਾਇਆ ਹੋਇਆ ਹਰ ਇੱਕ ਮਨੁੱਖ ਆਨੰਦਪੁਰ ਸਾਹਿਬ ਆ ਕੇ ਵਸਦਾ ਪਿਆ ਹੈ। ਦੇਖਦਿਆਂ ਦੇਖਦਿਆਂ ਆਨੰਦਪੁਰ ਸਾਹਿਬ ਨਗਰ ਵਸ ਗਿਆ। ਇੱਥੇ ਹਰ ਇੱਕ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। ਬੜੇ ਸੁਚੱਜੇ ਢੰਗ ਦੇ ਨਾਲ ਪ੍ਰਬੰਧ ਚਲਾਇਆ ਜਾਂਦਾ ਹੈ। ਹਰ ਇੱਕ ਪਰਿਵਾਰ ਦੀ ਰਹਿائش ਦਾ ਪ੍ਰਬੰਧ ਕੀਤਾ ਗਿਆ। ਮਕਾਨ ਪੱਕੇ ਬਣੇ ਤੇ ਇਹਨਾਂ ਦਿਨਾਂ ਦੇ ਵਿੱਚ ਦਿੱਲੀ ਸਲਤਨਤ ਦਾ ਬਾਦਸ਼ਾਹ ਔਰੰਗਜ਼ੇਬ, ਜਿਹੜਾ ਆਪਣੇ ਪਿਓ ਨੂੰ ਕੈਦ ਵਿੱਚ ਪਾ ਕੇ ਆਪਣੀ ਭੈਣ ਦਾ ਕਤਲ ਕਰਕੇ, ਆਪਣੇ ਭਰਾਵਾਂ ਦਾ ਕਤਲ ਕਰਕੇ ਉਸ ਹਕੂਮਤ ਦੇ ਤਖਤ ਤੇ ਜਾ ਕੇ ਬੈਠਾ ਹੈ। ਜਿਨ੍ਹਾਂ ਆਪਣਿਆਂ ਦਾ ਕਤਲ ਕਰ ਦਿੱਤਾ, ਆਪਣਿਆਂ ਨੂੰ ਨਹੀਂ ਬਖਸ਼ਿਆ, ਉਹ ਦੂਸਰਿਆਂ ਦੇ ਉੱਤੇ ਕਿਹੋ ਜਿਹਾ ਕਹਿਰਵਾਨ ਜ਼ੁਲਮ ਢਾ ਰਿਹਾ ਸੀ, ਇਹਦੀ ਦਾਸਤਾਨ ਕੱਲ ਦੇ ਬਿਆਨ ਦਰਬਾਰ ਵਿੱਚ ਦਾਸ ਰਹਿੰਦਾ ਹੋ ਇਤਿਹਾਸ ਆਪ ਜੀ ਨਾਲ ਸਾਂਝ ਪਾਏਗਾ। ਜਿਵੇਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਫਿਰ ਆਨੰਦਪੁਰ ਸਾਹਿਬ ਤੋਂ ਦੁਖੀ ਪੰਡਤਾਂ ਦਾ ਅਰਦਾਸ ਰੂਪ ਵਿੱਚ ਕਹੇ ਹੋਏ ਬਚਨਾਂ ਨੂੰ ਸੁਣ ਕੇ ਸਤਿਗੁਰੂ ਦਿੱਲੀ ਵੱਲ ਨੂੰ ਰਵਾਨਾ ਹੁੰਦੇ ਨੇ। ਉੱਥੇ ਫਿਰ ਭਾਈ ਮਤੀ ਦਾਸ, ਭਾਈ ਦਿਆਲਾ ਜੀ ਦਾ ਅੰਤਮ ਸੰਸਕਾਰ, ਉਹਨਾਂ ਦੀਆਂ ਸ਼ਹੀਦੀਆਂ ਤੇ ਗੁਰੂ ਕੇ ਅਨੇਕਾਂ ਸਿੱਖਾਂ ਵੱਲੋਂ ਬਾਗੀ ਹੋ ਜਾਣਾ ਤੇ ਸਿੱਖ ਧਰਮ ਦੇ ਅੰਦਰ ਕ੍ਰਾਂਤੀ ਪੈਦਾ ਹੋ ਜਾਣੀ, ਕੱਲ ਦੇ ਦੀਵਾਨ ਅੰਦਰ ਸਰਵਣ ਕਰਾਂਗੇ। ਅੱਜ ਇੱਥੇ ਹੀ ਸਮਾਪਤੀ ਹੈ। ਦਾਸ ਕੋਲੋਂ ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਜੀ ਨੇ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।